ਹਾਜ਼ਰ ਹੈ ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅਸੀਂ ਹਾਜ਼ਰ ਹੋ ਗਏ ਹਾਂ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਜੱਜ ਦਾ ਵਿਚਾਰ ਲੈ ਕੇ। ਮੈਂ ਹਰਮਨ ਥਿੰਦ ਤੇ ਮੇਰੇ ਨਾਲ ਨੇ ਸਵਰਨ ਸਿੰਘ ਟੈਣਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਟੈਣਾ ਸਾਹਿਬ। ਤੁਸੀਂ ਬੋਲੇ ਹੀ ਨਹੀਂ। ਨਹੀਂ, ਮੈਂ ਅੱਜ ਦੇਖ ਰਹੀ ਸੀ ਵੀ ਤੁਸੀਂ ਬੋਲਦੇ ਹੋ ਕਿ ਨਹੀਂ ਬੋਲਦੇ। ਅੱਛਾ ਜੀ, ਇਸ ਲਈ ਕੀ ਹਾਲ ਚਾਲ ਨੇ? ਬਹੁਤ ਵਧੀਆ, ਚੜ੍ਹਦੀ ਕਲਾ। ਜ਼ਿੰਦਗੀ ਕਿਵੇਂ ਚੱਲ ਰਹੀ ਹੈ? ਜ਼ਿੰਦਗੀ ਜ਼ਿੰਦਾਬਾਦ। ਟੈਣਾ ਸਾਹਿਬ, ਮੌਸਮ ਕਿਵੇਂ? ਮੌਸਮ ਵੀ ਕਾਫੀ ਬਦਲਿਆ ਹੋਇਆ। ਉਦੋਂ ਤਾਂ ਅੱਜ ਸਵੇਰ ਦੇ ਵੇਲੇ ਤੋਂ ਧੁੱਪ ਨਿਕਲੀ ਆ, ਪਰ ਬਦਲੇ ਹੋਏ ਮੌਸਮ ਦੇ ਕਰਕੇ ਕਿਸਾਨ ਖਾਸੇ ਪਰੇਸ਼ਾਨ ਆ। ਹੁਣ ਕਿਸਾਨਾਂ ਨੇ ਮੰਗ ਕੀਤੀ ਹੈ ਵੀ ਸਾਡੀਆਂ ਫਸਲਾਂ ਦੀ ਗਿਰਦੌਰੀ ਕੀਤੀ ਜਾਵੇ ਤੇ ਫਿਰ ਸਾਨੂੰ ਬਣਦਾ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ। ਮਿਲਣਾ ਮੁਲਣਾ ਮੈਨੂੰ ਲੱਗਦਾ ਕਾਹਦਾ ਕੁਛ ਆ, ਕਿਉਂਕਿ ਹੜ੍ਹ ਆਏ ਸੀ ਪੰਜਾਬ ਦੇ ਵਿੱਚ, ਉਦੋਂ ਬੜਾ ਨੁਕਸਾਨ ਹੋਇਆ ਸੀ। ਉਦੋਂ ਵੀ ਕਿਹੜਾ ਬਹੁਤ ਕੁਝ ਮਿਲ ਗਿਆ, ਜਿਹੜਾ ਦਾਨੀ ਸੱਜਣਾ ਦੇ ਵੱਲੋਂ ਦਿੱਤਾ ਗਿਆ ਉਹੀ ਕੁਝ ਉਹਨਾਂ ਵਿਚਾਰਿਆਂ ਦੇ ਪੱਲੇ ਪਿਆ। ਉਸ ਤੋਂ ਅਗਲੀ ਗੱਲ ਇਹ ਹੈਗੀ ਆ ਕਿ ਮੌਸਮ ਵਿਭਾਗ ਨੇ ਕਿਹਾ ਕਿ ਆਉਂਦੇ 72 ਘੰਟੇ ਪੰਜਾਬ ਦਾ ਮੌਸਮ ਸਥਿਰ ਰਹਿਣ ਦੀ ਸੰਭਾਵਨਾ ਹੈਗੀ ਆ, ਪਰ ਮੀਂਹ, ਹਨੇਰੀ, ਝੱਖੜ ਝੁੱਲੇ ਦੇ ਕਰਕੇ, ਤੇਜ਼ ਹਵਾ ਦੇ ਕਰਕੇ ਖਾਸਾ ਨੁਕਸਾਨ ਹੋਇਆ ਫਸਲਾਂ ਦਾ। ਬਿਲਕੁਲ ਸਹੀ ਗੱਲ ਹੈ। ਫਸਲਾਂ ਬਹੁਤੀਆਂ ਥਾਵਾਂ ਦੇ ਉੱਪਰ ਬਿਲਕੁਲ ਹੀ ਵਿਛ ਗਈਆਂ ਧਰਤੀ ਦੇ ਉੱਪਰ, ਜਿਹਦੇ ਕਰਕੇ ਹੁਣ ਜਿਹੜੇ ਕਿਸਾਨ ਨੇ ਉਹ ਵਿਚਾਰੇ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਨੇ, ਦੁਖੀ ਨੇ, ਕਿਉਂਕਿ ਇੱਕ ਪਾਸੇ ਤਾਂ ਕੇਂਦਰ ਸਰਕਾਰ ਦੇ ਨਾਲ ਜਿਹੜਾ ਰੌਲਾ ਚੱਲ ਰਿਹਾ ਉਹ, ਤੇ ਦੂਸਰੇ ਬੰਨੇ ਕੁਦਰਤ ਵੀ ਜਿਸ ਤਰੀਕੇ ਨਾਲ ਵੈਰੀ ਬਣ ਗਈ ਤੇ ਜਿੱਦਾਂ ਉਹਨਾਂ ਦਾ ਨੁਕਸਾਨ ਹੋਇਆ ਹੈ, ਉਹਨਾਂ ਨੂੰ ਹੁਣ ਇਹ ਸਮਝ ਨਹੀਂ ਆ ਰਹੀ ਕਿ ਉਹ ਆਪਣਾ ਦੁੱਖੜਾ ਰੋਣ ਤਾਂ ਕਿਹਦੇ ਅੱਗੇ ਰੋਣ, ਕਿਉਂਕਿ ਕੋਈ ਵੀ ਨਜ਼ਰ ਨਹੀਂ ਆ ਰਿਹਾ ਜਿਹੜਾ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦਾ ਸਾਥ ਦੇ ਸਕੇ। ਸੋ ਖੈਰ ਰਸਤਾ ਇਹੀ ਆਸ ਕਰਦੇ ਹਾਂ ਕਿ ਹੁਣ ਮੌਸਮ ਨੇ ਜੋ ਕਰਨਾ ਸੀ ਉਹ ਕਰਤਾ, ਅੱਗੇ ਤੋਂ ਜਿਹੜਾ ਮੌਸਮ ਆ ਉਹ ਠੀਕ ਰਵੇ ਤਾਂ ਜੋ ਹੋਰ ਜ਼ਿਆਦਾ ਨੁਕਸਾਨ ਨਾ ਹੋਵੇ ਤੇ ਜੋ ਵੀ ਬਣਦਾ ਸਰਦਾ ਮੁਆਵਜ਼ਾ ਹੈ ਜ਼ਰੂਰ ਮਿਲਣਾ ਚਾਹੀਦਾ ਹੈ। ਤੇ ਹੁਣ ਚਾਹੀਦਾ ਵਿਚਾਰ ਸਾਂਝਾ ਕਰੋ, ਤੁਸੀਂ ਕਰੋ ਪਹਿਲਾਂ। ਦੇਖੋ ਵੀ ਮੁਸ਼ਕਲ ਹਾਲਾਤ ਦੇ ਨਾਲ ਮੱਥਾ ਲਾਉਣਾ ਹੀ ਚਾਹੀਦਾ। ਜੇਕਰ ਤੁਹਾਨੂੰ ਸਫਲਤਾ ਨਾ ਵੀ ਮਿਲੀ ਤਾਂ ਤੁਹਾਨੂੰ ਤਜਰਬਾ ਜ਼ਰੂਰ ਮਿਲ ਜਾਣਾ। ਵਾਹ, ਕੀ ਬਾਤ ਹੈ। ਤੇ ਤਜਰਬਾ ਜਿਹੜਾ ਉਹ ਵੈਸੇ ਹੀ ਤੁਹਾਨੂੰ ਬਹੁਤ ਕੁਝ ਸਿਖਾ ਜਾਂਦਾ ਹੈ, ਕਿਉਂਕਿ ਤਜਰਬਿਆਂ ਨਾਲ ਹੀ ਤੁਸੀਂ ਚੰਗੇ ਫੈਸਲੇ ਲੈਣ ਵਾਲੇ ਬਣਦੇ ਹੋ। ਬਿਲਕੁਲ, ਕਮਾਲ ਕਰ ਦਿੱਤੀ। ਮਿਹਰਬਾਨੀ। ਹੁਣ ਮੈਂ ਸੁਣਾਵਾਂ? ਆਉਣ ਦਿਓ ਜੀ, ਆਉਣ ਦਿਓ। ਟੈਣਾ ਸਾਹਿਬ, ਇਹ ਨਾ 2 ਸਤਰਾਂ ਸੀ। ਅੱਛਾ, ਜਿਹੜੀਆਂ ਆਪਣੇ ਸਾਰਿਆਂ ਦੇ ਨਾਲ ਜੁੜਦੀਆਂ ਨੇ। ਅੱਛਾ, ਮੈਂ ਕਿ ਤੁਸੀਂ ਕਹੋਗੇ ਵੀ ਇਹ 2 ਸਤਰਾਂ ਸੀ, 2 ਮੈਂ ਵਿੱਚ ਆਪਦੀਆਂ ਪਾਈਆਂ ਤੇ 4 ਹੋਊਗਾ। ਨਹੀਂ, ਇਹ 2 ਹੀ ਹੈ। 2 ਹੀ ਸੀ ਤੇ 2 ਹੀ ਹੈ, ਨਾ ਕੁਝ ਘਟਾਇਆ ਨਾ ਵਧਾਇਆ। ਸੋ 17 ਇਹ ਸੀ, ਕਹਿੰਦੇ ਉੱਡ ਰਹੀ ਹੈ ਜ਼ਿੰਦਗੀ ਰੇਤ ਦੇ ਕਣਾਂ ਦੀ ਤਰ੍ਹਾਂ। ਵਾਹ, ਉੱਡ ਰਹੀ ਹੈ ਜ਼ਿੰਦਗੀ ਰੇਤ ਦੇ ਕਣਾਂ ਦੀ ਤਰ੍ਹਾਂ। ਤੇ ਸਾਨੂੰ ਵਹਿਮ ਹੈ ਕਿ ਅਸੀਂ ਵੱਡੇ ਹੋ ਰਹੇ ਹਾਂ। ਤੇ ਸਾਨੂੰ ਵਹਿਮ ਹੈ ਕਿ ਅਸੀਂ ਵੱਡੇ ਹੋ ਰਹੇ ਹਾਂ। ਵਹਿਮਾਂ ਨੇ ਦੁਨੀਆ ਪੱਟਤੀ। ਦੁਨੀਆ ਦੇ ਵਿੱਚ ਕਿਤੇ ਵੀ ਜਾਓ ਲੋਕ ਘੱਟ ਜਾਂ ਵੱਧ ਵਹਿਮ ਕਰਦੇ ਹੀ ਆ। ਸਾਡੇ ਪੰਜਾਬੀਆਂ ਦੇ ਹਿੱਸੇ ਵਹਿਮ ਆਏ ਆ। ਹਰ ਥਾਂ ਦੇ ਉੱਤੇ ਇੱਥੇ ਜੀ ਚੌਂਕੀ ਆ, ਫਲਾਣੀ ਥਾਂ ਦੇ ਉੱਤੇ ਜੀ ਆ ਤਾਂਤਰਿਕ ਆ, ਫਲਾਣੀ ਥਾਂ ਦੇ ਉੱਤੇ ਆ ਇਦਾਂ ਦੱਸਦਾ ਭਵਿੱਖ। ਇੰਨੇ ਲੋਕ ਵਹਿਮਾਂ ਭਰਮਾਂ ਦੇ ਪੱਟੇ ਪਏ ਆ ਵੀ ਪੁੱਛੋ ਕੁਛ ਨਾ। ਆ ਚਿਮਟੇ ਦੇ ਨਾਲ ਤੀਜੇ ਕਰਨ ਕਿਸੇ ਨਾ ਕਿਸੇ ਦੀ ਢੂਈ ਸੇਕ ਦਿੰਦੇ ਆ, ਜਿਹਨੂੰ ਸ਼ਹਿਰੀ ਲੋਕ ਪਿੱਠ ਕਹਿੰਦੇ ਆ। ਇਹ ਗਲਤ ਨਹੀਂ ਗੱਲ ਕਹੀ ਮੈਂ, ਪਰ ਹੱਦ ਹੋ ਗਈ ਵੀ ਇਦਾਂ ਵਹਿਮਾਂ ਦੇ ਵਿੱਚ ਨਹੀਂ ਪੈਣਾ ਚਾਹੀਦਾ। ਵਹਿਮਾਂ ਚੋਂ ਨਿਕਲੋ। ਦੁਨੀਆ ਚੰਡ ਦੇ ਉੱਤੇ ਪਲਾਟ ਕੱਟਣ ਲੱਗੀ ਆ, ਆਪਾਂ ਫੇਰ ਸਰੀਰ ਦੇ ਵਿੱਚੋਂ ਭੂਤ ਬਾਹਰ ਕੱਢਣੀ ਆ। ਇਹ ਕਿੱਥੇ ਭੂਤ? ਭੂਤ ਕੱਢਣੀ ਨਹੀਂ ਹੁੰਦੀ, ਭੂਤ ਕੱਢਣਾ ਹੁੰਦਾ। ਮੈਂ ਬੰਦੇ ਤੇ ਬੁੜੀ ਦੇ ਵਿੱਚ ਫਰਕ ਹੀ ਨਹੀਂ ਸਮਝਦਾ। ਦੂਜੀ ਚੀਜ਼, ਮੈਂ ਮਰਦ ਤੇ ਔਰਤ ਦੇ ਵਿੱਚ ਸਮਾਨਤਾ ਸਮਝਦਾ। ਮੈਂ ਚਾਹੀਦਾ ਵਿਚਾਰ ਕਿਹੜਾ ਸੁਣਾਇਆ ਸੀ? ਤੁਸੀਂ ਕਿਹਾ ਸੀਗਾ ਵੀ ਦੁਨੀਆ ਵਹਿਮਾਂ ਭਰਮਾਂ ਦੇ ਵਿੱਚ ਫਸੀ ਪਈ ਆ। ਓ ਇੱਕ ਮਿੰਟ। ਅੱਛਾ, ਤਾੜੀ ਵੀ ਨਹੀਂ ਵੱਜ ਰਹੀ ਜੀ। ਹਾਂ, ਮੈਂ ਕਿੰਨੀ ਵਾਰ ਤੁਹਾਨੂੰ ਕਿਹਾ ਵੀ ਕਮੀਜ਼ ਤੋਂ ਸ਼ਾਰਕ ਜੀ ਉਧੇੜ ਲਓ। ਜਿੱਦਣ ਇਹ ਪਾ ਕੇ ਆਉਂਦੇ ਹੋ ਉਦੋਂ ਹੀ ਮਤਲਬ ਹੋਰ ਹੀ ਗੱਲਾਂ ਕਰਨ ਲੱਗ ਜਾਂਦੇ ਹੋ। ਮੈਂ ਸੁਣਾਉਣੀ ਕੁਛ ਆ, ਸੁਣਦੇ ਕੁਛ ਹੋਰ ਹੋ, ਕਹਿੰਦੇ ਕੁਛ ਹੋਰ ਹੀ ਹੋ। ਜਿੱਥੋਂ ਗੱਲ ਬਣ ਗਈ ਮੈਂ ਚੱਕ ਲਈ। ਇੰਨੀ ਵੀ ਨਹੀਂ ਚੱਕੀ ਦੀ ਹੁੰਦੀ, ਕਿਉਂਕਿ ਫਿਰ ਗੱਲ ਜਿਹੜੀ ਉਹ ਚੱਕ ਲੈਂਦੀ ਹੈ। ਹਾਂ, ਮੈਂ ਕਿਹਾ ਸੀ ਉੱਡ ਰਹੀ ਹੈ ਜ਼ਿੰਦਗੀ ਰੇਤ ਦੇ ਕਣਾਂ ਦੀ ਤਰ੍ਹਾਂ, ਤੇ ਸਾਨੂੰ ਵਹਿਮ ਹੈ ਕਿ ਅਸੀਂ ਵੱਡੇ ਹੋ ਰਹੇ ਹਾਂ। ਸਾਨੂੰ ਵਹਿਮ ਹੈ ਕਿ ਅਸੀਂ ਵੱਡੇ ਹੋ ਰਹੇ ਹਾਂ ਤੇ ਵਹਿਮਾਂ ਦੇ ਵਿੱਚੋਂ ਨਿਕਲਣਾ ਹੀ ਚਾਹੀਦਾ। ਤੇ ਇਹ ਗੱਲ ਦੇ ਵਿੱਚ ਵੀ ਆਪਾਂ ਨੂੰ ਵਹਿਮ ਨਹੀਂ ਰੱਖਣਾ ਚਾਹੀਦਾ ਵੀ ਭਾਈ ਅਸੀਂ ਵੱਡੇ ਹੋ ਰਹੇ ਹਾਂ। ਕਿੱਥੇ ਵੱਡੇ ਹੋ ਰਹੇ ਹਾਂ? ਕਿਰਦਾਰ ਬੜੇ ਛੋਟੇ ਹੋ ਰਹੇ ਆ, ਕੱਦ ਸਾਡੇ ਵੱਡੇ ਹੋ ਰਹੇ ਆ, ਉਮਰ ਦੀਆਂ ਪੌੜੀਆਂ ਵੱਡੀਆਂ ਹੋ ਰਹੀਆਂ, ਲਗਾਤਾਰ ਅੱਗੇ ਤੋਂ ਅੱਗੇ ਵੱਧ ਰਹੇ ਹਾਂ, ਪਰ ਬੌਧਿਕ ਪੱਖੋਂ ਆਪਾਂ ਕਿੱਥੇ ਜੇ ਖੜੇ ਹਾਂ ਦੇਖੀਏ। ਜੀ ਹਾਂ, ਹੋਰ ਸੁਣਾਓ, ਠੀਕ ਹੋ? ਮੈਂ ਬਿਲਕੁਲ ਠੀਕ ਹਾਂ। ਜ਼ਿੰਦਗੀ ਕਿਵੇਂ ਚੱਲ ਰਹੀ ਹੈ? ਜ਼ਿੰਦਗੀ ਜ਼ਿੰਦਾਬਾਦ। ਤੁਹਾਨੂੰ ਮੈਂ ਸਵਾਲ ਪੁੱਛਣੇ ਆ ਟੈਣਾ ਸਾਹਿਬ ਅੱਜ। ਪੁੱਛੋ। ਕਿੰਨੀ ਵੱਡੀ ਸੂਚੀ ਲੈ ਕੇ ਆਈ ਆ ਸਵਾਲਾਂ ਦੀ ਮੈਂ। ਕਿਹੜੇ ਸਵਾਲ? ਟੈਣਾ ਸਾਹਿਬ, ਇੱਕ ਹਾਥੀ ਨੂੰ ਇੱਕ ਫ੍ਰਿਜ ਦੇ ਵਿੱਚ 3 ਸਟੈਪਸ ਦੇ ਵਿੱਚ ਬੰਦ ਕਰਨਾ। 3 ਸਟੈਪ ਦੇ ਵਿੱਚ? ਹਾਂ। ਕੰਮ ਹੀ ਸੌਖਾ। ਕਿਵੇਂ? ਫ੍ਰਿਜ ਹਾਥੀ ਦੇ ਕੋਲੇ ਲੈ ਜਾਓ, ਉਹਨੂੰ ਕਹੇ ਤੋਂ 3 ਸਟੈਪ ਪੱਟ ਕੇ ਕੋਲੇ ਜਾਣਾ, ਬੂਹਾ ਖੋਲੋ, ਵਿੱਚ ਵੜ ਦਿਓ। ਕਾਫੀ ਸਿਆਣਾ ਜਵਾਬ ਦਿੱਤਾ। 3 ਸਟੈਪ। ਅਸੀਂ ਸਟੈਪ ਐਂ ਹੀ ਮੰਨਦੇ ਆ। ਸਾਨੂੰ ਹੁਣ ਪਤਾ ਲੱਗਾ ਵੀ ਪੈਰ ਪੱਟਣ ਨੂੰ ਸਟੈਪ ਕਹਿੰਦੇ ਆ ਜੀ। ਸਾਨੂੰ ਹੁਣ ਪਤਾ ਲੱਗਾ ਕਿ ਪੈਰ ਪੱਟਣ ਨੂੰ, ਕਦਮ ਚੁੱਕਣ ਨੂੰ ਸਟੈਪ ਕਹਿੰਦੇ ਆ। ਉਹ ਨਹੀਂ, ਇਹਦਾ ਜਵਾਬ ਇਹ ਆ ਕਿ ਪਹਿਲਾ ਸਟੈਪ ਫ੍ਰਿਜ ਖੋਲੋ, ਅੱਛਾ, ਦੂਜਾ ਸਟੈਪ ਹਾਥੀ ਵਾੜੋ, ਤੀਜਾ ਸਟੈਪ ਫ੍ਰਿਜ ਬੰਦ ਕਰ ਦੋ। ਤੇ ਤੁਸੀਂ ਸਿੱਧਾ ਕਹੋ ਵੀ 3 ਪੜਾਵਾਂ ਦੇ ਵਿੱਚ। ਜੀ ਹਾਂ। ਤੇ ਅੱਛਾ, ਹੁਣ ਅਗਲਾ ਜਵਾਬ ਦਿਓ। ਊਠ ਨੂੰ ਮੈਂ ਬਹੁਤ ਗਲਤ ਸਮਝ ਗਿਆ ਸੀ। ਕੀ ਹੋਇਆ? ਮੈਂ ਕਿਹਾ ਵੀ ਫ੍ਰਿਜ ਬਹੁਤ ਵੱਡੀ ਹੋਣੀ ਆ, ਕੀ ਪਤਾ ਕੋਈ ਕੋਲਡ ਸਟੋਰ 'ਚ ਹਾਥੀ ਬੰਦ ਕਰਤਾ। ਨਹੀਂ ਡੈਣਾ ਹੋ ਸਕਦਾ ਮੋਰਚਰੀ 'ਚ ਰੱਖਤਾ ਹੋਵੇ ਹਾਥੀ। ਨਹੀਂ ਡੈਣਾ ਸਾਹਿਬ, ਅਗਲੇ ਸਵਾਲ ਦਾ ਜਵਾਬ ਦਿਓ। ਊਠ ਨੂੰ 4 ਸਟੈਪਸ ਦੇ ਵਿੱਚ
ਫ੍ਰਿਜ ਚ ਬੰਦ ਕਰਨਾ ਕਿਵੇਂ ਉਹਨੂੰ ਤਾਂ ਹੋਊ? ਚਾਰ ਲੱਤਾਂ ਚਾਰ ਵਾਰੀ ਐ ਪੈਰ ਪਟ ਕੇ ਜਾਊਗਾ ਤੇ ਫੇਰ ਗੱਲ ਬਣੂਗੀ। ਬੜੇ ਚਤਰੇ ਨਾ ਬਣੋ। ਹਾਥੀ ਬਾਹਰ ਕੱਢਾਂਗੇ, ਵਿੱਚ ਉਹਦੇ ਆਪਾਂ ਪਹਿਲਾਂ ਫ੍ਰਿਜ ਖੋਲਾਂਗੇ, ਹਾਂ ਹਾਥੀ ਬਾਹਰ ਕੱਢਾਂਗੇ, ਹਾਂ। ਊਠ ਵਿੱਚ ਰੱਖਾਂਗੇ, ਹਾਂ। ਫ੍ਰਿਜ ਬੰਦ ਕਰ ਓ ਦਾਂਗੇ। ਵੈਰੀ ਗੁੱਡ, ਛਾ ਗਏ ਤੁਸੀਂ। ਨਿਆਣੇ ਵਾਲੇ ਸਵਾਲ। ਇਹ ਕੀ ਗੱਲ ਹੋਈ ਟਾਣਾ ਸਾਹਿਬ? ਤੁਸੀਂ ਮੈਨੂੰ ਇਹ ਦੱਸੋ ਕਿ ਬਾਂਦਰ ਨੇ ਜੰਗਲ ਦੇ ਵਿੱਚ ਆਪਣੀ ਬਰਥਡੇ ਪਾਰਟੀ ਰੱਖੀ ਆ, ਜਨਮ ਦਿਨ ਦੀ ਪਾਰਟੀ। ਹਾਂਜੀ, ਸਾਰੇ ਜਣੇ ਉੱਥੇ ਗਏ ਪਰ ਕੁਝ ਜਾਨਵਰ ਨਹੀਂ ਆਏ। ਦੱਸੋ ਕੌਣ ਕੌਣ? ਪਾਰਟੀ ਵੈਜ ਸੀ ਕਿ ਨਾਨ ਵੈਜ? ਇਹ ਦੱਸੋ। ਸਭ ਤਰ੍ਹਾਂ ਦੀ ਮੰਨ ਲਓ। ਪਾਰਟੀ ਵੀਰਵਾਰ ਤਾਂ ਨਹੀਂ ਸੀ? ਉਹ ਨਹੀਂ, ਸਭ ਤਰ੍ਹਾਂ ਦੀ ਮੰਨ ਲਓ। ਅੱਛਾ, ਹਾਂ, ਦੱਸੋ। ਮੈਂ ਨਿਆਣਾ ਨਹੀਂਗਾ, ਹਾਂ। ਮੈਨੂੰ ਬਹੁਤ ਸਮਝ ਆ ਇਸ ਮਾਮਲੇ ਦੀ। ਜੀ। ਆਹ ਬੱਚਿਆਂ ਵਾਲੇ ਸਵਾਲ ਤੁਹਾਡੇ। ਜਵਾਬ ਦਿਓ। ਊਠ ਫ੍ਰਿਜ ਚਲਾਇਆ ਆਪਾਂ, ਹਾਂ। ਉਹੀ ਨਹੀਂ ਆਊਗਾ। ਹਾਂ, ਅੱਛਾ ਹੋਰ ਦੱਸੋ ਫਿਰ। ਇੱਕ ਸਵਾਲ ਹੋਰ। ਆਪਾਂ ਚੱਜ ਦਾ ਵਿਚਾਰ ਕਰਨਾ ਹੈ ਅਖੀਰਲਾ ਟਾਣਾ ਸਾਹਿਬ, ਹਾਂ, ਅਖੀਰਲਾ ਜੰਗਲਨਾਮਾ ਸ਼ੁਰੂ ਕਰ ਲਿਆ। ਅਖੀਰਲਾ ਸਵਾਲ। ਦੋ ਬੰਦੇ ਜੰਗਲ 'ਚ ਜਾ ਰਹੇ ਆ, ਅੱਛਾ ਪੁਲ ਉਹਨਾਂ ਨੇ ਪਾਰ ਕਰਨਾ ਹਨਾ, ਤੇ ਉੱਥੇ ਬਹੁਤ ਵੱਡਾ ਮਗਰਮੱਛਾਂ ਦਾ ਤਲਾਬ ਆ। ਅੱਛਾ। ਉਹਦੇ ਉੱਤੇ ਪੁਲ ਬਣਿਆ ਹੋਇਆ ਤੇ ਪੁਲ ਗਿਆ ਟੁੱਟ, ਤੇ ਹੁਣ ਉਹ ਬੰਦੇ ਪੁਲ ਪਾਰ ਕਿਵੇਂ ਕਰਨਗੇ? ਤੇ ਕੋਈ ਗੱਲ ਨਹੀਂ, ਕਿਸੇ ਠੇਕੇਦਾਰ ਨੂੰ ਜਿਹਨੇ BMC ਵਾਲਾ ਪੁਲ ਬਣਾਇਆ ਸੀਗਾ ਪੰਜਾਬ ਦਾ ਜਲੰਧਰ ਵਾਲਾ, ਉਹਨੂੰ ਕਹਿਣਗੇ ਵੀ ਇਹ ਥੋੜਾ ਜਿਹਾ ਚਿਰ ਤਾਂ ਕੱਢ ਹੀ ਜਾਂਦਾ ਹੁੰਦਾ ਸਾਡੇ ਵਾਲਾ ਪੁਲ, ਤੇ ਉਹ ਅਚਾਨਕ ਬਣਵਾ ਕੇ ਖਰਚਾ ਵੱਧ ਪਾ ਕੇ ਤੇ ਗੱਲ ਖਤਮ ਹੋ ਜਾਣੀ ਹੈ। ਨਹੀਂ ਟਾਣਾ ਸਾਹਿਬ, ਉੱਥੇ ਵੀ ਪਹਿਲਾਂ ਪੁਲ ਟੁੱਟ ਚੁੱਕਿਆ, ਕੀ ਪਤਾ ਉਹ ਵਾਲਾ BMC ਨੇ ਬਣਾਇਆ ਹੋਵੇ, ਉਹ ਤੁਸੀਂ ਛੱਡੋ। ਪਰ ਗੱਲ ਇਹ ਹੈ ਕਿ ਉਹ ਪੁਲ ਟੁੱਟ ਗਿਆ ਨਾ ਤੇ ਬੰਦੇ ਤੈਰ ਕੇ ਚੱਲ ਜਾਣਗੇ। ਹਾਂ, ਤੈਰ ਕੇ ਚਲੇ ਜਾਣਗੇ। ਹਾਂ, ਕਿਉਂਕਿ ਮਗਰਮੱਛ ਤਾਂ ਬਾਂਦਰ ਦੀ ਪਾਰਟੀ 'ਚ ਗਏ ਆ ਨਾ। ਤੁਸੀਂ ਠੀਕ ਹੋ ਅੱਜ? ਹੈ ਹਾਂਜੀ। ਤੁਹਾਡੇ ਦਿਮਾਗ ਨੂੰ ਕੁਝ ਚੜ੍ਹ ਤਾਂ ਨਹੀਂ ਗਿਆ? ਨਹੀਂ ਨਹੀਂ, ਮੈਂ ਤੁਹਾਡਾ ਜਦੋਂ ਦਾ ਵਹਿਮ ਵਾਲਾ ਜਵਾਬ ਸੁਣਿਆ ਕੋਈ ਨਾ। ਵਾਈ ਵਾਲੀ ਚੀਜ਼ ਤਾਂ ਨਹੀਂ ਖਾਲੀ ਸੀ ਅਜੇ? ਗੈਸ ਤਾਂ ਨਹੀਂ ਬਣਦੀ ਸਿਰ ਨੂੰ ਚੜ੍ਹਦੀ ਹੋਵੇ? ਟਾਣਾ ਸਾਹਿਬ, ਮੈਂ ਫੇਰ ਸਵਾਲ ਪੁੱਛ ਲੈਣਾ। ਨਹੀਂ ਵਕਫਾ ਲੈ ਲਓ। ਜੱਜ ਦਾ ਵਿਚਾਰ। ਟਾਣਾ ਸਾਹਿਬ, ਸਭ ਤੋਂ ਪਹਿਲਾਂ ਕਰੋਨਾ ਦੀ ਗੱਲ ਕਰ ਲਈਏ ਆਪਾਂ। ਜੀ। ਇਸ ਵੇਲੇ ਕਰੋਨਾ ਵੀ ਮਜ਼ਾਕ ਬਣਿਆ ਪਿਆ। ਕੁਝ ਕੁ ਲੋਕ ਜਿਹੜੇ ਨੇ ਉਹ ਵਿਸ਼ਵਾਸ ਕਰ ਰਹੇ ਨੇ ਇਹਦੇ ਉੱਪਰ, ਕੁਝ ਕੁ ਲੋਕ ਜਿਹੜੇ ਨੇ ਉਹ ਦੁਚਿੱਤੀ ਦੇ ਵਿੱਚ ਨੇ, ਕੁਝ ਕੁ ਲੋਕ ਜਮਾ ਹੀ ਨਕਾਰ ਦਿੰਦੇ, ਕਹਿੰਦੇ ਹੈ ਨਹੀਂ ਕੋਈ ਕਰੋਨਾ। ਦੇਖੋ, ਪਹਿਲੀ ਗੱਲ ਤਾਂ ਇਹ ਹੈ ਵੀ ਕਰੋਨਾ ਤੋਂ ਬਚ ਕੇ ਰਹਿਣਾ ਚਾਹੀਦਾ। ਜੀ। ਜਿਵੇਂ ਕਿ ਸਾਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਉਹਨਾਂ ਦਾ ਪਾਲਣ ਕਰਨਾ ਚਾਹੀਦਾ। ਪਰ ਸਾਡੇ ਵਾਂਗ ਉਹਨਾਂ ਲੋਕਾਂ ਨੂੰ ਵੀ ਪਾਲਣ ਕਰਨਾ ਚਾਹੀਦਾ ਜਿਨ੍ਹਾਂ ਨੇ ਇਹ ਹਦਾਇਤਾਂ ਜਾਰੀ ਕੀਤੀਆਂ। ਸਹੀ। ਇਹ ਜਿਹੜਾ ਕਰੋਨਾ, ਇਹ ਸੱਚੀ ਮੁੱਚੀ, ਜਿਵੇਂ ਆਪਾਂ ਕੱਲ ਗੱਲ ਕੀਤੀ ਸੀ ਵੀ ਇਹ ਆਗਿਆਕਾਰੀ ਪੁੱਤ ਨਹੀਂਗਾ, ਜੇਠਾ ਪੁੱਤ ਨਹੀਂਗਾ ਸਰਕਾਰ ਦਾ। ਵੀ ਭਾਈ ਆਉਂਦੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਆਪਣੇ ਨਿਆਣਿਆਂ ਦੇ ਨਾਲ ਲੋਕ ਕਰੋਨਾ ਰੱਖਿਆ ਕਰਨਗੇ। ਜੀ। ਵੀ ਸਭ ਤੋਂ ਵੱਧ ਕਰੋਨਾ ਹੀ ਮੰਨਦਾ ਵੀ ਭਾਈ ਉਹਨੂੰ ਪਤਾ ਵੀ ਮੈਂ 8:59 ਦੇ ਉੱਤੇ ਰਾਤ ਨੂੰ ਘਰੋਂ ਬਾਹਰ ਨਹੀਂ ਨਿਕਲਣਾ ਤੇ 9 ਵਜੇ ਮੈਂ ਸੜਕ ਦੇ ਉੱਤੇ ਆ ਜਾਣਾ। ਵੀ ਇੰਨਾ ਆਗਿਆਕਾਰੀ ਰੈਲੀ ਦੇ ਵੱਲ ਮੂੰਹ ਨਹੀਂ ਕਰਦਾ। ਰਾਜਨੀਤੀ ਤੋਂ ਇੰਨੀ ਨਫ਼ਰਤ ਕਰੋਨਾ ਨੂੰ, ਤੇ ਇੰਨਾ ਇਹ ਖਤਰਨਾਕ ਬਣ ਜਾਂਦਾ ਵੀ ਭਾਈ ਜੇ ਸਕੂਲ ਦੇ ਵਿੱਚ ਨਿਆਣੇ ਪ੍ਰੀਖਿਆ ਦੇਣ ਆਏ ਹੁਣ ਉਹਨਾਂ ਨੂੰ ਚੁੰਬੜ ਜਾਂਦਾ। ਸੋ ਇਸ ਕਰਕੇ ਭਾਈ ਕਰੋਨਾ ਨਾ, ਜੇਕਰ ਹੈ, ਅਸੀਂ ਨਹੀਂ ਕਹਿੰਦੇ ਵੀ ਹੈ ਨਹੀਂਗਾ, ਪਰ ਜੇਕਰ ਹੈ ਤਾਂ ਫਿਰ ਸਾਰੇ ਨਿਯਮ ਬਰਾਬਰ ਹੋਣੇ ਚਾਹੀਦੇ ਆ। ਕੈਪਟਨ ਸਾਹਿਬ ਨੇ ਗੱਲ ਕਹੀ ਆ, ਕਹਿੰਦੇ ਵੀ ਅਸੀਂ ਨਾ 400 ਤੋਂ ਵੱਧ ਨਮੂਨੇ ਭੇਜੇ ਸੀ ਵੀ ਕਰੋਨਾ ਦਾ ਸਰੂਪ ਕਿਹੜਾ, ਇਸ ਗੱਲ ਦਾ ਪਤਾ ਲੱਗ ਗਿਆ। ਉਹਦੇ ਵਿੱਚੋਂ ਕਹਿੰਦੇ 81% ਦੇ ਕਰੀਬ ਨਮੂਨਿਆਂ ਦੇ ਰਾਹੀਂ ਪਤਾ ਲੱਗਾ ਵੀ ਇਹ ਤਾਂ ਜੀ ਇੰਗਲੈਂਡ ਦੇ ਨਾਲ ਮਿਲਦਾ ਦਾ ਕਰੋਨਾ ਪੰਜਾਬ ਦੇ ਵਿੱਚ ਪ੍ਰਵੇਸ਼ ਕਰ ਗਿਆ। ਕਹਿੰਦੇ ਬੜੀ ਖਤਰਨਾਕ ਸਥਿਤੀ ਹੈ, ਪ੍ਰਧਾਨ ਮੰਤਰੀ ਸਾਹਿਬ ਵੀ ਮਦਦ ਕਰਨ, ਵੈਕਸੀਨ ਦਾ ਦੌਰਾ ਜਿਹੜਾ ਉਹ ਤੇਜ਼ ਕੀਤਾ ਜਾਵੇ। ਹੁਣ ਵੈਕਸੀਨ ਦੀ ਗੱਲ ਕਰ ਲਓ। ਮੇਰੇ ਕੁਝ ਕੁ ਦੋਸਤ ਆ ਜਿਨ੍ਹਾਂ ਨੇ ਮੈਨੂੰ ਦੱਸਿਆ, ਕਿਸੇ ਨੇ ਕਿਹਾ ਮੇਰੇ ਡੈਡੀ ਨੇ ਕਰੋਨਾ ਦੀ ਵੈਕਸੀਨ ਲਈ ਹੈ, ਕਿਸੇ ਨੇ ਕਿਹਾ ਮੇਰੇ ਤਾਏ ਨੇ ਲਈ ਹੈ, ਕਿਸੇ ਨੇ ਕਿਹਾ ਮੇਰੀ ਮਾਤਾ ਨੇ ਲਈ ਹੈ। ਉਹ ਜਦੋਂ ਕਰੋਨਾ ਦੀ ਵੈਕਸੀਨ ਲੈਂਦੇ ਆ, ਸੁਭਾਵਿਕ ਹੀ ਉਹਨਾਂ ਨੂੰ ਕੋਈ ਸਮੱਸਿਆ ਨਹੀਂ ਗੀ, ਕਿਉਂਕਿ ਅਸੀਂ ਬਚਾ ਚਾਹੁੰਦੇ ਆ। ਪਰ ਜਦੋਂ ਚੌਥੇ ਦਿਨ ਟੈਸਟ ਕਰਵਾਉਂਦੇ ਕਹਿੰਦੇ ਨੇ ਕਰੋਨਾ ਪੋਜ਼ਿਟਿਵ ਆ। ਮੇਰਾ ਇੱਕ ਪਰਮ ਮਿੱਤਰ ਆ, ਉਹ ਕਹਿੰਦਾ ਵੀ ਮੈਨੂੰ ਇੱਕ ਦਿਨ ਨਾ 103 ਬੁਖਾਰ ਹੋ ਗਿਆ ਅਚਾਨਕ ਹੀ। ਓਹੋ। ਮੇਰੀਆਂ ਲੱਤਾਂ ਬਾਹਾਂ ਹੱਡ ਪੈਰ ਟੁੱਟਣ ਮੇਰੇ। ਮੈਨੂੰ ਐਂ ਲੱਗੇ ਵੀ ਮੈਨੂੰ ਹੁਣ ਕਿਸੇ ਚੀਜ਼ ਦਾ ਮੁਸ਼ਕ ਵੀ ਨਹੀਂ ਆਉਣਾ, ਵੀ ਸਾਰੇ ਲੱਛਣ ਹੀ ਹੁਣ ਕਰੋਨਾ ਵਾਲੇ ਆ। ਕਹਿੰਦੇ ਮੈਂ ਆਖਿਆ ਵੀ ਭਗਵਾਨ ਨੇ ਵੀ ਮੈਨੂੰ ਕਰੋਨਾ ਹੋ ਗਿਆ, ਚੱਲ ਮੈਨੂੰ ਛੇਤੀ ਛੇਤੀ ਹਸਪਤਾਲ ਲੈ ਜਾ, ਸਰੀਰ ਡਿੱਗੂ ਡਿੱਗੂ ਕਰੀ ਜਾਂਦਾ। ਉਹ ਨਾਲ ਲੈ ਗਈ। ਕਹਿੰਦਾ ਮੈਂ ਆਪਣਾ ਟੈਸਟ ਕਰਵਾਇਆ, ਮੈਂ ਨੈਗੇਟਿਵ ਨਿਕਲਿਆ। ਘਰ ਵਾਲੀ ਨੇ ਟੈਸਟ ਕਰਵਾਇਆ, ਉਹ ਪੋਜ਼ਿਟਿਵ ਨਿਕਲੀ। ਮੇਰਾ ਕਹਿੰਦਾ ਬੁਖਾਰ ਅਗਲੇ ਦਿਨ ਲੈ ਗਿਆ, 14 ਦਿਨ ਮੈਂ ਉਹਦੀ ਸੇਵਾ ਕੀਤੀ। ਮਤਲਬ ਕਹਿਣ ਦਾ ਇਹ ਵੀ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਮੈਨੂੰ ਕਰੋਨਾ ਹੋ ਗਿਆ। ਇਹ ਕਰੋਨਾ ਦਾ ਮਜ਼ਾਕ ਜਿਹਾ ਇਸ ਕਰਕੇ ਬਣ ਗਿਆ ਕਿਉਂਕਿ ਸੁਖਜਿੰਦਰ ਸਿੰਘ ਰੰਧਾਵਾ ਜੇਲ੍ਹ ਮੰਤਰੀ ਨੇ ਟੈਸਟ ਕਰਵਾਇਆ, ਇੱਕ ਲੈਬੋਰਟਰੀ ਦੇ ਵਿੱਚ ਕਰੋਨਾ ਪੋਜ਼ਿਟਿਵ ਆ ਗਿਆ, 2 ਥਾਵਾਂ ਤੋਂ ਕਰਵਾਇਆ ਨੈਗੇਟਿਵ ਆ ਗਿਆ। ਹੁਣ ਬੰਦਾ ਯਕੀਨ ਕਿਹਦੇ ਤੇ ਕਰੇ? ਸੋ ਕਰੋਨਾ ਦੇ ਨਾਂ ਦੇ ਉੱਤੇ ਬਹੁਤ ਕੁਝ ਇਹੋ ਜਿਹਾ ਚੱਲ ਰਿਹਾ ਜਿਹਦੇ ਬਾਬਤ ਆਮ ਲੋਕਾਂ ਨੂੰ ਸਮਝ ਨਹੀਂ ਆ ਰਹੀ। ਤੇ ਬੇਨਤੀ ਹੱਥ ਜੋੜ ਕੇ ਇਹ ਆ ਵੀ ਹੋ ਇਹ ਕਿਸੇ ਨੂੰ ਵੀ ਸਕਦਾ। ਇਹਨੇ ਇਹ ਨਹੀਂ ਦੇਖਣਾ ਵੀ ਭਾਈ ਇਕੱਠ ਇਸ ਥਾਂ ਦੇ ਉੱਤੇ ਤਾਂ ਇਸ ਪਾਰਟੀ ਦਾ ਮੈਂ ਨਾ ਜਾਵਾਂ, ਇਹ ਮੈਂ ਜੀ ਵੋਟਾਂ ਦੇ ਵਿੱਚ ਇੰਟਰਸਟ ਲੈਂਦਾ, ਮੈਂ ਦਿਲਚਸਪੀ ਲੈਂਦਾ, ਇੱਧਰ ਨਹੀਂ ਜਾਣਾ। ਸੋ ਇਸ ਕਰਕੇ ਭਾਈ ਸਾਰਿਆਂ ਨੂੰ ਜੇਕਰ ਆਪਾਂ ਸਮਝਾਉਨੇ ਆ ਤਾਂ ਆਪਣੇ ਤੋਂ ਸ਼ੁਰੂਆਤ ਕਰਨੀ ਪੈਣੀ। ਬਿਲਕੁਲ ਸਹੀ ਗੱਲ ਹੈ। ਔਰ ਆਪਾਂ ਵੀ ਥੋੜਾ ਜਿਹਾ ਸਾਹ ਲੈ ਲਈਏ। ਕੀ ਹੋਇਆ? ਵੈਸੇ ਹੀ ਸਲਾਹ ਹੀ ਹੁੰਦੀ ਹੈ ਟਾਣਾ ਸਾਹਿਬ। ਬਾਕੀ ਮੈਂ ਇਹ ਕਹਿਣ ਲੱਗੀ ਸੀ ਕਿ ਚਾਹੇ ਕਰੋਨਾ ਹੈ
ਤੇ ਚਾਹੇ ਨਹੀਂ ਹੈ, ਸਾਨੂੰ ਜ਼ਰੂਰ एहतियात ਵਰਤਣੀ ਚਾਹੀਦੀ ਹੈ। ਸਾਨੂੰ ਜ਼ਰੂਰ ਸਾਰਾ ਕੁਝ ਸੋਚ ਸਮਝ ਕੇ ਕਰਨਾ ਚਾਹੀਦਾ ਹੈ। ਸਮਾਜਿਕ ਦੂਰੀ ਦੀ ਥਾਂ ਤੇ ਸਰੀਰਕ ਦੂਰੀ ਦੀ ਆਪਾਂ ਪਾਲਣਾ ਕਰੀਏ। ਹਾਂ, ਜਦੋਂ ਵੀ ਲਿਖਿਆ ਹੁੰਦਾ ਨਾ ਅਖਬਾਰ ਦੇ ਵਿੱਚ ਕਿ ਸਮਾਜਿਕ ਦੂਰੀ ਦਾ ਪਾਲਣ ਕਰੇ, ਤੇ ਮੈਂ ਕਿਹਾ ਅੱਗੇ ਕਿਹੜਾ ਸਾਰਿਆਂ ਦੀ ਬਹੁਤ ਵੱਡਦੀ ਹੈ, ਸਮਾਜਿਕ ਕਾ ਤੋਂ ਲਿਖਦੇ ਤੁਸੀਂ ਸਰੀਰਕ ਦੂਰੀ ਦਾ ਪਾਲਣ ਕਰੋ, ਇਹ ਲਿਖੋ ਜੀ ਬਿਲਕੁਲ। ਵੀ ਐਵੇਂ ਆਪਾਂ ਕਹਿ ਦਿੰਦੇ ਵੀ ਆ ਐ ਨਹੀਂ ਇਉਂ ਕਰੋ, ਗਲਤ ਹੈ। ਸਰੀਰਕ ਦੂਰੀ ਦੀ ਪਾਲਣਾ ਕਰੋ, ਮਾਸਕ ਹਮੇਸ਼ਾ ਪਾ ਕੇ ਰੱਖੋ, ਸੈਨੀਟਾਈਜ਼ਰ ਦੀ ਵਰਤੋਂ ਕਰੋ, ਜੋ ਵੀ ਹਦਾਇਤਾਂ ਸਰਕਾਰ ਦੇ ਵੱਲੋਂ ਜਾਰੀ ਕੀਤੀਆਂ ਗਈਆਂ ਨੇ ਉਹਦੀ ਪਾਲਣਾ ਕਰੋ। ਬਚਾਅ ਵਿੱਚ ਹੀ ਬਚਾਅ ਹੈ। ਇਹਨਾਂ ਗੱਲਾਂ 'ਚ ਨਾ ਪਾਓ ਕਿ ਕਰੋਨਾ ਹੈ ਕਿ ਨਹੀਂ ਹੈ, ਜਿਵੇਂ ਵੀ ਹੈ ਆਪਾਂ ਆਪਣਾ ਜ਼ਰੂਰ ਖਿਆਲ ਰੱਖੀਏ। ਬਚਾਅ 'ਚ ਬਚਾਅ ਹੈ। ਬਿਲਕੁਲ ਸਹੀ। ਜੱਜ ਦਾ ਵਿਚਾਰ। ਟਾਣਾ ਸਾਹਿਬ, ਗੋਦੀ ਮੀਡੀਆ ਨੂੰ ਗੱਲ ਲੱਭ ਗਈ। ਅੱਛਾ, ਜਿਹੜਾ ਉਹਨਾਂ ਨੂੰ ਸ਼ੱਕ ਸੀ ਨਾ, ਉਹ ਸ਼ੱਕ ਸੱਚਾ ਸਾਬਤ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਨਾ ਵੀ ਲੱਭੇ ਨਾ, ਉਹਨਾਂ ਨੇ ਤਾਂ ਵੀ ਪੇਸ਼ਕਾਰੀ ਕਰ ਦੇਣੀ ਹੈ, ਤੜਕੇ ਤੋਂ ਲੱਗ ਜਾਂਦੇ ਆ, यहाँ कोई किसान नहीं रहा, ये देखिए ट्रालियां सुन्नी पड़ी हैं, ये तो पंडाल खाली पड़े हैं, वे थोड़े फुफड़ गए होने किते लंगर प्रसादा छकण, माड़ा मोटा अगे भी मर लो। जिथे जे सूत लगता उत्थे खाली थां ही दिखाई जाएंगे। ये देखिए हमारे कैमरामैन ने क्या दिखाया रड़ा था। कमाल करती छा गए। नहीं ਮੈਨੂੰ ਹੈਰਾਨੀ ਹੁੰਦੀ, ਦੁੱਖ ਹੁੰਦਾ ਵੀ ਜਿਵੇਂ ਜੰਮੇ ਹੀ ਕਿਸਾਨਾਂ ਦੀ ਵਿਰੋਧਤਾ ਕਰਨ ਨੂੰ ਹੁੰਦੇ ਆ ਨਾ, ਵੀ ਬੇਬੇ ਨੇ ਪੰਜੀਰੀ ਇਸ ਕਰਕੇ ਖਾਧੀ ਸੀ ਵੀ ਭਾਈ ਤੁਸੀਂ ਜੰਮ ਕੇ ਵੱਡੇ ਹੋ ਕੇ ਵਿਰੋਧ ਕਰਨਾ ਕਿਸਾਨਾਂ ਦਾ, ਇਸ ਕਰਕੇ। ਤੇ ਉਹ ਪੰਜੀਰੀ ਵੀ ਤਾਂ ਜਿਹੜੀਆਂ ਚੀਜ਼ਾਂ ਦੀ ਬਣੀ ਸੀ ਉਹ ਕਿਸਾਨਾਂ ਦੇ ਖੇਤਾਂ 'ਚੋਂ ਹੀ ਆਈ ਸੀ। ਉਹ ਕਿਹੜਾ ਮਤਲਬ ਕਿ ਤਾਂ ਹੋਰ ਤੁਸੀਂ ਲੈ ਆਂਦੀ ਕਿਸੇ ਹੋਰ ਗ੍ਰਹਿ ਤੋਂ, ਕਿਸਾਨਾਂ ਦਾ ਹੀ ਦਿੱਤਾ ਹੋਇਆ ਸਾਰਾ ਕੁਝ ਸੀ। ਨਹੀਂ, ਉਹ ਅਸਲ ਦੇ ਵਿੱਚ ਮੈਨੂੰ ਲੱਗਦਾ ਨਾ ਵੀ ਕੋਈ ਕੁਦਰਤੀ ਤਰੀਕੇ ਦੇ ਨਾਲ ਆਪੇ ਬਣਾਈ ਸੀ ਰਾਮਦੇਵ ਨੇ, ਉਹ ਪਚਾਈ ਸੀ ਇਹਨਾਂ ਨੂੰ। ਉਹ ਹੋ ਸਕਦਾ, ਕੁਝ ਵੀ ਸੰਭਵ ਹੋ ਸਕਦਾ। ਪਰ ਜਿਹੜੀ ਗੱਲ ਮੈਂ ਕਰਨ ਲੱਗੀ ਸੀ ਵੀ ਇਹਨਾਂ ਨੂੰ ਜਿਹੜੀ ਗੱਲ ਚਾਹੀਦੀ ਸੀ ਉਹ ਲੱਭ ਗਈ। ਇਹਨਾਂ ਨੇ ਹੁਣ ਪੱਕਾ ਹੀ ਗੱਲ ਕਹਿਣੀ ਹੈ ਕਿ ਰਿਆਨਾ ਨੂੰ ਵਿਦੇਸ਼ੀ ਫੰਡਿੰਗ ਹੋ ਗਈ। ਇਹਨਾਂ ਨੇ 3600 ਵਾਰੀ ਤਾਂ ਪਹਿਲਾਂ ਕਿਹਾ, ਜਦੋਂ ਰਿਆਨਾ ਨੇ ਕਿਸਾਨ ਅੰਦੋਲਨ ਦੇ ਹੱਕ ਦੇ ਵਿੱਚ ਟਵੀਟ ਕੀਤਾ ਨੇ, ਇੱਕ ਸੱਤਰ ਨੇ ਕਈਆਂ ਦੇ ਧੱਫੜ ਕੱਢਤੇ ਜੀ, ਕਈਆਂ ਨੂੰ ਮੌਤ ਹੀ ਪੈ ਗਈ। ਉਹਨੇ ਸਿਰਫ ਇਹ ਕਿਹਾ ਸੀ ਕਿ ਆਪਾਂ ਇਸ ਬਾਰੇ ਗੱਲ ਕਿਉਂ ਨਹੀਂ ਕਰ ਰਹੇ, ਉਸ ਤੋਂ ਬਾਅਦ ਸਾਰੇ ਗੱਲ ਕਰਨ ਲੱਗ ਗਏ। ਸਾਰੇ ਗੱਲ ਕਰਨ ਲੱਗ ਲੈ, ਰਿਆਨਾ ਨੂੰ $2.5 ਮਿਲੀਅਨ ਮਿਲਿਆ। ਇਹ ਤਾਂ ਜੀ ਪਾਕਿਸਤਾਨ ਦੇ ਨਾਲ ਸੰਬੰਧ ਜੁੜਦਾ ਇਹਦਾ, ਇਹਨੂੰ ਤਾਂ ਜੀ ਵਿਦੇਸ਼ੀ ਫੰਡਿੰਗ ਹੋਈ ਹੈ। ਉਹ ਆਪ ਵਿਦੇਸ਼ 'ਚ ਬੈਠੀ ਹੈ ਤਾਂ ਉਹਨੂੰ ਕਿਹੜੀ ਵਿਦੇਸ਼ੀ ਫੰਡਿੰਗ ਹੋਈ ਹੈ? ਬਸ ਇਹ ਉਹ ਲੋਕ ਆ ਜਿਹੜੇ ਆਪ ਉਧਰਲੇ ਪਾਸੇ ਜਾਣ ਦੇ ਲਈ ਤਰਲੇ ਮਾਰਦੇ ਵੀ ਏਜੰਟ 55 ਲੱਖ ਵੀ ਲੈ ਲੈਂਦਾ, ਚਲੇ ਜਾਗੇ ਇੱਕ ਵਾਰੀ ਮੈਕਸੀਕੋ ਦੀ ਕੰਧ ਟੱਪਣ ਨੂੰ ਫਿਰਦੇ ਹੁੰਦੇ ਆ। ਬਿਲਕੁਲ ਸਹੀ ਗੱਲ ਹੈ। ਰਿਆਨਾ ਨੇ ਹੁਣ ਘਰ ਲੈ ਲਿਆ ਟਾਣਾ ਸਾਹਿਬ। ਅੱਛਾ, ਹਾਂ, ਦੇਖੋ ਘਰ ਬੇੜਾ ਬੰਦੇ ਦਾ ਸਰਦਾ ਕਿੱਥੇ ਆ, ਘਰ ਬੰਦੇ ਦੀ ਮੁੱਢਲੀ ਲੋੜ ਆ, ਇਸ ਕਰਕੇ ਘਰ ਲੈ ਲੈਣਾ ਚਾਹੀਦਾ। ਤੇ ਘਰ ਉਵੇਂ ਬਿਲਕੁਲ ਨਹੀਂ ਹੋਣਾ ਚਾਹੀਦਾ ਜਿਵੇਂ ਕਿ ਸਰਕਾਰ ਦੇ ਵੱਲੋਂ ਲక్ష్ਮੀ ਦੇਵੀ ਨੂੰ ਦਿੱਤਾ ਗਿਆ। ਬਿਲਕੁਲ ਸਹੀ। ਉਹ ਕਹਿੰਦੇ ਜੀ ਕਿ ਇਹਨੂੰ ਅਸੀਂ ਆਤਮ ਨਿਰਭਰ ਬਣਾਤਾ, ਉਹ ਕਹਿੰਦੀ ਮੈਂ ਤਾਂ 500 ਰੁਪਇਆ ਮਹੀਨਾ ਕਿਰਾਇਆ ਦਿੰਨੀ ਆ, ਮੈਨੂੰ ਮੋਦੀ ਨੇ ਕੁਝ ਨਹੀਂ ਦਿੱਤਾ। ਤੁਸੀਂ ਗਲਤ ਸਮਝ ਗਏ ਫਿਰ ਤੋਂ। ਕਿੰਨੀ ਵਾਰ ਕਿਹਾ ਵੀ ਹਰੇਕ ਸੱਤਰ ਦਾ ਇੱਕ ਮਤਲਬ ਹੁੰਦਾ ਹੈ। ਉਹਨਾਂ ਨੇ ਕਿਹਾ ਅਸੀਂ ਆਤਮ ਨਿਰਭਰ ਬਣਾ ਦਿੱਤਾ ਲక్ష్ਮੀ ਨੂੰ, ਤੇ ਉਹ ਆਤਮ ਨਿਰਭਰ ਹੀ ਹੈ ਵਿਚਾਰੀ, ਆਪਣੇ ਪੱਲਿਓਂ ਹੀ ਤਾਂ ਕਿਰਾਇਆ ਕੱਢਦੀ ਹੈ। ਉਹਨੂੰ ਕਿਹੜਾ ਸਰਕਾਰ ਕੁਝ ਦੇ ਰਹੀ ਹੈ, ਉਹ ਵਾਕਈ ਆਤਮ ਨਿਰਭਰ ਹੈ। ਸੋ ਖੈਰ ਆਪਾਂ ਰਿਆਨਾ ਦੇ ਬੰਗਲੇ ਦੀ ਗੱਲ ਕਰ ਰਹੇ ਸੀ। ਟਾਣਾ ਸਾਹਿਬ ਬੜਾ ਹੀ ਵੱਡਾ ਬੰਗਲਾ। ਅੱਛਾ, ਹਾਂ, 7600 ਸਕੁਆਇਰ ਫੁੱਟ। ਵਾਹ, ਮਤਲਬ ਏਰੀਆ ਜਿਹਦੇ ਚ ਬੰਗਲਾ। ਤਾਂ ਬਹੁਤ ਤਕੜਾ ਨਾ ਫਿਰ। ਆਪਾਂ ਕਿੰਨੇ ਕਨਸਰਟ ਸੁਣੇ? ਨਾ ਮੈਨੂੰ ਪਤਾ ਨਾ ਵੀ ਮੈਂ ਇੱਕ ਦਿਨ ਦੇਖਿਆ YouTube ਦੇ ਉੱਤੇ, ਸੁਣ ਕੇ ਦੇਖਿਆ ਵੀ ਗਾਣਾ ਵਧੀਆ ਗਾਉਂਦੀ ਆ। ਕੀ ਬਾਤ ਹੈ। ਗੋਰਿਆਂ ਦੀ ਗੁਰਲੇਜ਼ ਅਖਤਰ ਆ ਉਹ। ਹਾਂਜੀ ਹਾਂਜੀ, ਅੰਗਰੇਜ਼ਾਂ ਦੀ। ਸੋ ਇਹ 100 ਕਰੋੜ ਦਾ ਇਹ ਜਿਹੜਾ ਬੰਗਲਾ ਹੈ ਉਹ ਤਿਆਰ ਹੋਇਆ ਔਰ ਉਸ ਤੋਂ ਬਾਅਦ ਇਹ ਬੇਵਰਲੀ ਹਿਲ ਕੈਲੀਫੋਰਨੀਆ ਦੇ ਵਿੱਚ ਪਹਾੜੀਆਂ ਦੇ ਵਿਚਕਾਰ ਬਣਿਆ ਹੋਇਆ ਜੀ। ਤੇ ਇਹਦੇ ਚ 5 ਬੈਡਰੂਮ ਨੇ, 7 ਬਾਥਰੂਮ ਨੇ। ਬਾਥਰੂਮ ਜ਼ਿਆਦਾ ਨਹੀਂ, ਇਹ ਹੁੰਦਾ ਕਈ ਵਾਰੀ ਨਾ ਆਪਾਂ ਜਗ੍ਹਾ ਦੀ ਸਹੀ ਵਰਤੋਂ ਕਰਨੀ ਹੁੰਦੀ ਹੈ। ਇਹ ਦੇਖੋ 5 ਕਮਰਿਆਂ ਦੇ ਨਾਲ ਤਾਂ 5 ਅਟੈਚ ਹੋਣਗੇ ਬਾਥਰੂਮ। ਇੱਕ ਪੌੜੀ ਥੱਲੇ ਬਣਾਇਆ ਹੋਣਾ, ਜਦੋਂ ਆਪਾਂ ਘਰ ਦੇ ਵਿੱਚ ਵੜਦੇ ਹੀ ਆ ਪੌੜੀ ਥੱਲੇ ਬਣਾਉਣਾ ਪੈਂਦਾ ਕਈ ਵਾਰ। ਇੱਕ ਛੱਤ ਤੇ ਬਣਾਇਆ ਜਾਂਦਾ, ਬੰਦਾ ਉੱਤੇ ਟਹਿਲਦਾ ਟੂਲਦਾ ਤੇ ਉੱਥੇ ਬਣਾ ਲਿਆ ਹੋਣਾ। ਠੀਕ ਆ, ਆਪਾਂ ਤਾਂ ਆਰਕੀਟੈਕਟ ਰਹੇ ਆ। ਅੱਛਾ, ਮੈਂ ਤਾਂ ਆਪਦੇ ਹਿਸਾਬ ਨਾਲ ਦੱਸਣਾ। ਓਏ ਉਹਨੇ ਘਰ ਇੱਥੇ ਨਹੀਂ ਕਿਤੇ ਬਣਾਇਆ, ਕੈਲੀਫੋਰਨੀਆ ਬਣਾਇਆ। ਉਹਨਾਂ ਦੇ ਆਪਣੇ ਸਟਾਈਲ ਹੁੰਦੇ ਆ, ਉਹਨਾਂ ਦੀ ਆਪਣੀ ਮਰਜ਼ੀ ਹੁੰਦੀ ਆ ਵੀ ਉਹਨਾਂ ਨੇ ਕਿਵੇਂ ਦੇ ਘਰ ਬਣਾਉਣੇ ਨੇ। ਸੋ ਖੈਰ ਇਹ ਅਸਲ ਵਿੱਚ ਡਾਲਰਾਂ ਦੇ ਵਿੱਚ ਵੇਖੀਏ ਤਾਂ $13.8 ਮਿਲੀਅਨ ਦਾ ਘਰ ਹੈ। ਪੌਣੇ $14 ਮਿਲੀਅਨ ਤੋਂ ਵੱਧ ਰਕਮ ਖਰਚੀ ਆ। ਚਲੋ ਬਹੁਤ ਵਧੀਆ ਗੱਲ ਆ। ਹਾਂ, ਤੇ ਆਪਾਂ ਨੂੰ ਚੱਟ ਤੇ ਸੱਦੂ ਫਿਰ ਆਪਣਾ ਨਾਮ ਵੀ ਆਊਗਾ ਵੀ ਇਹ ਵਿਦੇਸ਼ੀ ਫੰਡਿੰਗ ਨਾਲ ਚੱਲੇ ਆ। ਹਾਂਜੀ, ਆ ਜਿਹੜੇ ਹੁਣ ਤੱਕ ਕਹਿੰਦੇ ਸੀ ਨਾ ਆਪੇ ਝੋਲੀ ਚੱਕ ਜੇ ਨੇਤਾ ਵੀ ਭਾਈ ਰਿਆਨਾ ਨੂੰ ਤਾਂ ਫੰਡਿੰਗ ਹੋ ਗਈ ਆ, ਹੁਣ ਉਹਨਾਂ ਨੇ ਪਤਾ ਕੀ ਕਹਿਣਾ, ਰਾਜੇਵਾਲ ਨੇ ਪੈਸੇ ਭੇਜੇ ਆ। ਅੱਛਾ, ਉਹਨਾਂ ਨੇ ਕਹਿਣਾ ਡਾਕਟਰ ਦਰਸ਼ਨਪਾਲ ਨੇ ਜਿਹੜੇ ਪੈਸੇ ਬਚ ਗਏ ਸੀ ਨਾ 25-30 ਬੋਰੇ, ਉਹ ਇਹਨੂੰ ਭੇਜਤੇ ਆ ਵੀ ਭਾਈ ਤੂੰ ਦੱਬ ਕੇ ਰੱਖਿਆ ਕਰ ਕੰਮ। ਤੇ ਜਿਹੜੇ ਆ ਕਹਿਣਗੇ ਨਾ ਉਹਨਾਂ ਨੂੰ ਅੱਜ ਰਿਆਨਾ ਕਹਿ ਦੇਣਾ ਵੀ ਆਜੋ ਮੇਰਾ ਘਰ ਵੇਖ ਲਓ, ਤਾਂ ਟੱਪ ਕੇ ਮੂਹਰੇ ਜਾਣਗੇ ਤਾਂ ਫਿਰ ਬਾਥਰੂਮ ਦੇ ਵਿਚਲੀਆਂ ਟੂਟੀਆਂ ਤੱਕ ਦਿਖਾਉਣਗੇ ਕੈਮਰਿਆਂ 'ਚ ਵੀ ਆਹ ਵੇਖੋ, ਆਹ ਕੰਪਨੀ ਦੀ ਟੂਟੀ ਲੱਗੀ ਹੈ, ਆਹ ਕੰਪਨੀ ਦੀ ਚੱਦਰ ਵਿਛਾਈ ਹੈ, ਆਹ ਕੰਪਨੀ ਦਾ ਜਿਹੜਾ
ਫਰਨੀਚਰ ਆ ਉਹ ਲਿਆ ਹੈ, ਆਹ ਕੰਪਨੀ ਦਾ ਮਾਰਬਲ ਲੱਗਿਆ ਹੈ, ਫਿਰ ਉਹਦੇ ਘਰ 'ਚ ਵੜ ਕੇ ਕਦੀ ਪਿੱਛੋਂ ਘਰ ਦਿਖਾਉਣਗੇ, ਕਦੀ ਮੋਹਰਿਓ, ਕਦੀ ਉੱਤੇਓ, ਕਦੀ ਥੱਲਿਓ। ਇਹ ਸਾਰਾ ਕੁਝ ਨਾ ਕਾਲੇ ਹੋਣਗੇ ਫਿਰ ਦਿਖਾਉਣ ਨੂੰ। ਇੰਨੇ ਬੇਗੈਰਤ ਲੋਕ ਆ ਜੀ, ਉੱਥੇ ਹੀ ਲੰਗਰ ਛਕ ਕੇ ਉੱਥੇ ਹੀ ਲੰਗਰ ਦੇ ਖਿਲਾਫ ਬੋਲੀ ਜਾਣਗੇ, ਇਹ ਕਰੀ ਜਾਣਗੇ ਇਹ ਤਾਂ यहाँ पिकनिक के लिए आए हैं, ਆਪਦੀ ਭੂਆ ਮਾਸੀ ਚਾਚੀ ਤਾਈ ਸਾਰੇ ਲਿਆਓ ਟਰਾਲੀ ਭਰ ਕੇ ਇੱਥੇ, ਨਾਲੇ ਉੱਥੇ ਸੌਣ, ਨਾਲੇ ਰੋਟੀ ਪਕਾਉਣ ਤੇ ਨਾਲੇ ਖਵਾਉਣ। ਤੁਹਾਨੂੰ ਪਤਾ ਲੱਗੇ ਵੀ ਭਾਈ ਲੰਗਰ ਦੀ ਕੀ ਅਹਿਮੀਅਤ ਹੁੰਦੀ ਆ। ਉੱਥੇ ਹੀ ਨਾ ਪੀਜ਼ਾ ਦਾ ਸਲਾਈਸ ਫੜ ਕੇ ਖਾ ਕੇ ਤੇ ਉੱਥੇ ਹੀ ਕਹੀ ਜਾਣਗੇ ਇਹ ਤਾਂ ਪੀਜ਼ੇ ਵਰਤਾਉਂਦੇ ਆ। ਵੀ ਭਾਈ ਸਾਹਿਬ ਉਹ ਕਿਹੜਾ ਤੁਹਾਡੀ ਜੇਬ ਚੋਂ ਪੈਸੇ ਲੈ ਕੇ ਵਰਤਾਉਂਦੇ ਆ, ਉਹਨਾਂ ਦੀ ਹੱਕ ਹਲਾਲ ਦੀ ਕਮਾਈ ਆ, ਉਹ ਚਾਹੇ ਪੀਜ਼ੇ ਵਰਤਾਉਣ, ਪਾਸਤੇ ਵਰਤਾਉਣ, ਚਾਹੇ ਉਹ ਜੋ ਮਰਜ਼ੀ ਵਰਤਾਉਣ, ਤੁਸੀਂ ਕੌਣ? ਤੁਸੀਂ ਸਿਰਫ ਤੇ ਸਿਰਫ ਨਾ ਸਵੇਰ ਦੇ ਵੇਲੇ ਇੱਕ ਡਰਾਉਣਾ ਜਿਹਾ ਫੜ ਕੇ ਤੰਤਰਿਕ ਉਹਦੇ ਹੱਥ ਦੇ ਵਿੱਚ ਐ ਮੁੰਦਗਾ ਛੱਲੇ ਪਾਏ ਹੁੰਦੇ ਜਿਵੇਂ ਨਾ ਪੱਪੀ ਲਹਿਰੀ ਦਾ ਮੁੰਡਾ ਹੁੰਦਾ ਉਹ, ਤੇ ਉਹ ਕਰੀ ਜਾਊਗਾ आज अगर आपने हरे रंग का रुमाल लेकर बाहर ना निकले तो प्रेमी जन्म लाभ फिर नहीं होगा। ਤੇ ਰਾਸ਼ੀ ਉਹਦੀ ਹੁੰਦੀ ਹੈ ਜਿਹਦੇ ਅੱਗੇ 4 ਨਿਆਣੇ ਹੁੰਦੇ ਆ। आज आपने दाईं तरफ नहीं जाना बाईं तरफ जाना, क्योंकि यहाँ तो एक बहुत बड़ा आपको अवसर मिलने वाला है। अच्छा। ये अवसर सिर स्वाब मिलना, तुसी किहो जिहियां गल्लां करदे आ। ਬਿਲਕੁਲ ਸਹੀ। ਜੱਜ ਦਾ ਵਿਚਾਰ। ਲੋ ਹਰਮਨ ਜੀ, ਬੰਗੇ ਦੇ ਵਿੱਚ ਜਿਹੜੀ ਕਿਸਾਨ ਰੈਲੀ ਹੋਈ ਆ ਸ਼ਹੀਦਾਂ ਦੇ ਦਿਹਾੜੇ ਦੇ ਮੌਕੇ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਨੂੰ ਚੇਤੇ ਕਰਦਿਆਂ, ਤੇ ਉਹਨੇ ਬਈ ਕਮਾਲ ਕਰਕੇ ਰੱਖ ਦਿੱਤੀ ਆ। ਜਿੰਨਾ ਵੱਡਾ ਇਕੱਠ ਹੋਇਆ ਉਸ ਤੋਂ ਪਤਾ ਲੱਗਦਾ ਕਿ ਪੰਜਾਬ ਦੇ ਲੋਕਾਂ ਨੂੰ ਇਨਕਲਾਬ ਦੀ ਜਾਗ ਲੱਗੀ ਹੋਈ ਆ। ਇਹ ਇੱਕ ਵੱਖਰੀ ਗੱਲ ਆ ਕਿ ਵੋਟਾਂ ਦੇ ਨੇੜੇ ਆ ਕੇ ਅਸੀਂ ਕਈ ਵਾਰ ਇਨਕਲਾਬ ਨੂੰ ਪਰੇ ਕਰ ਦਿੰਨੇ ਆ, ਉਹ ਸੋਚ ਨੂੰ ਪਰੇ ਕਰ ਦਿੰਨੇ ਆ, ਤੇ ਜਿਵੇਂ ਹੁਣ ਤੱਕ ਪਿਤਾ ਪੁਰਖੀ ਗੱਲਾਂ ਚੱਲਦੀਆਂ ਆਈਆਂ ਕਿ ਆਪਾਂ ਇਹਨੂੰ ਹੀ ਵੋਟਾਂ ਪਾਉਣੀਆਂ, ਅਸੀਂ ਫਿਰ ਉਧਰਲੇ ਪਾਸੇ ਨੂੰ ਤੁਰ ਪੈਨੇ ਆ। ਪਰ ਜਿਸ ਤਰੀਕੇ ਨਾਲ ਇਕੱਠ ਹੋਇਆ, ਇਹਨੇ ਇੱਕ ਨਵਾਂ ਕੀਰਤੀਮਾਨ ਸਥਾਪਿਤ ਜ਼ਰੂਰ ਕੀਤਾ, ਤੇ ਬੜੀ ਚੰਗੀ ਗੱਲ ਆ। ਇਹ ਸਾਰੇ ਲੋਕ ਮੁਬਾਰਕ ਦੇ ਹੱਕਦਾਰ ਆ ਜਿਹੜੇ ਕਿ ਉੱਥੇ ਨਿੱਠ ਕੇ ਪਹੁੰਚੇ ਆ। ਬਿਲਕੁਲ ਸਹੀ ਗੱਲ ਹੈ, ਔਰ ਬਹੁਤ ਸਾਰੇ ਲੋਕਾਂ ਦੇ ਭੁਲੇਖੇ ਵੀ ਦੂਰ ਹੋਏ ਨੇ ਟਾਣਾ ਸਾਹਿਬ, ਕਿਉਂਕਿ ਜਿਹੜੇ ਆਹ ਗੋਦੀ ਮਿੱਟੀ ਵਾਲੇ ਕਹਿੰਦੇ ਸੀ ਖਾਲੀ ਹੋ ਗਿਆ, ਹੁਣ ਜੋਸ਼ ਨਹੀਂ ਰਿਹਾ, ਜਾਂ ਵੈਸੇ ਲੋਕ ਘਰਾਂ 'ਚ ਰਜਾਈਆਂ 'ਚ ਬੈਠੇ ਹੀ ਗੱਲਾਂ ਕਰੀ ਜਾਂਦੇ ਸੀ ਨਾ ਕਿ ਹੁਣ ਤਾਂ ਬਸ ਮੁੱਕ ਗਿਆ, ਇਹ ਤਾਂ ਵਿਕ ਗਏ ਫਲਾਂਟਿੰਗ ਉਹ ਸਾਰਿਆਂ ਦੇ ਭੁਲੇਖੇ ਦੂਰ ਹੋਏ ਨੇ, ਕਿਉਂਕਿ ਨੌਜਵਾਨ ਪੀੜ੍ਹੀ, ਬਜ਼ੁਰਗ, ਬੱਚੇ ਬਹੁਤ ਹੀ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚੇ ਨੇ, ਵੱਖ-ਵੱਖ ਬਾਰਡਰਾਂ ਤੇ ਵੀ ਪਹੁੰਚੇ ਨੇ, ਚਾਹੇ ਉਹ ਸਿੰਘੂ ਦੀ ਗੱਲ ਕਰੀਏ, ਆਪਾਂ ਟਿੱਕਰੀ ਦੀ ਗੱਲ ਕਰੀਏ, ਗਾਜ਼ੀਪੁਰ ਬਾਰਡਰ ਦੀ ਗੱਲ ਕਰੀਏ, ਇਸ ਦੇ ਨਾਲ ਖਟਕੜ ਕਲਾਂ ਦੇ ਵਿੱਚ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਨੇ, ਤੇ ਉਹਨਾਂ ਨੇ ਇੱਕ ਵਾਰ ਫਿਰ ਤੋਂ ਕਿਸਾਨੀ ਦੇ ਹੱਕ ਦੀ ਗੱਲ ਕੀਤੀ ਹੈ। ਜਿਹੜੇ ਇਹ ਗੱਲ ਕਹਿੰਦੇ ਨਾ ਕਿ ਇਹ ਕਿਸਾਨ ਆਗੂ ਵਿਕ ਗਏ ਹਨ, ਇਹ ਤਾਂ ਕਾਮਰੇਡ ਹਨ, ਇਹ ਤਾਂ ਜੀ ਢੋਲੀ ਚੱਕ ਹਨ, ਇਹਨਾਂ ਨੂੰ ਪਤਾ ਹੀ ਕੁਛ ਨਹੀਂ, ਇਹ ਤਾਂ ਜੀ ਮੋਦੀ ਦੇ ਬਹੁਤ ਨੇੜੇ ਹੋ ਗਏ ਹਨ, ਇਹ ਤਾਂ ਚੌਧਰਾਂ ਚਮਕਾਉਣ ਦੇ ਚਾਹਵਾਨ ਹਨ। ਉਹਨਾਂ ਦੇ ਵਿੱਚੋਂ 70% ਇਹੋ ਜਿਹੇ ਹੋਣਗੇ ਜਿਹੜੇ 4 ਘੰਟੇ ਦੇ ਲਈ ਵੀ ਕਿਸੇ ਬਾਰਡਰ ਦੇ ਉੱਤੇ ਨਹੀਂ ਗਏ। ਉਹਨਾਂ ਦਾ ਯੋਗਦਾਨ ਸਿਰਫ ਇੰਨਾ ਹੀ ਆ ਵੀ ਆਪਾਂ ਟਿਕ 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 ਕਰ ਗਏ ਤੇ ਆਪਦੀ ਛੁਰਲੀ ਛੱਡ ਦਈਏ। ਸੋ ਕੱਲ ਰਾਜੇਵਾਲ ਹੋਰਾਂ ਨੇ ਵੀ ਇਹੀ ਗੱਲ ਕਹੀ ਆ ਕਿ ਇਹ ਅੰਦੋਲਨ ਕੋਈ ਕਾਮਰੇਡਾਂ ਦਾ ਨਹੀਂ, ਇਹ ਸਾਰਿਆਂ ਦਾ ਸਾਂਝਾ, ਤੇ ਅਸੀਂ ਕਾਮਰੇਡਾਂ ਦੇ ਵੀ ਤੇ ਬਾਕੀ ਸਾਰੇ ਭਾਈਚਾਰਿਆਂ ਦੇ ਵੀ ਧੰਨਵਾਦੀ ਆ ਜਿਨ੍ਹਾਂ ਨੇ ਹੁਣ ਤੱਕ ਨਿੱਠ ਕੇ ਯੋਗਦਾਨ ਪਾਇਆ। ਉਹਨਾਂ ਨੇ ਇਹ ਗੱਲ ਕਹੀ ਆ ਕਿ ਬੀਜੇਪੀ ਦਾ ਆਈਟੀ ਸੈੱਲ ਆ ਜਿਹੜਾ ਉਹ ਇਸ ਵਕਤ ਛੁਰਲੀਆਂ ਛਡਵਾ ਰਿਹਾ ਆਮ ਲੋਕਾਂ ਦੇ ਬਹਾਨੇ। ਲੱਗਦਾ ਐ ਆ ਪੜਨ ਵਾਲੇ ਨੂੰ, ਸੁਣਨ ਵਾਲੇ ਨੂੰ, ਦੇਖਣ ਵਾਲੇ ਨੂੰ ਕਿ ਇਹ ਜੀ ਆਮ ਲੋਕ ਵਿਰੋਧਤਾ ਕਰ ਰਹੇ ਆ, ਪਰ 3700 ਤੋਂ ਵੱਧ ਬੰਦਾ ਉਹਨਾਂ ਨੇ ਇਸ ਕੰਮ ਦੇ ਉੱਤੇ ਲਾਇਆ ਹੋਇਆ ਵੀ ਕਿਸਾਨ ਆਗੂਆਂ ਦੀ ਜੰਮ ਕੇ ਮਿੱਟੀ ਪੱਟੋ। ਆਪਾਂ ਬਚ ਗਏ ਇਸ ਗੱਲ ਤੋਂ। ਤੇ ਬੱਬੂ ਮਾਨ ਨੇ ਵੀ ਬਹੁਤ ਸਿਆਣੀਆਂ ਗੱਲਾਂ ਕੀਤੀਆਂ। ਉਹਨੇ ਕਿਹਾ ਜੀ ਕਿ ਅਸੀਂ ਆਪਸ ਦੇ ਵਿੱਚ ਸਿੰਘ ਫਸਾਉਣੇ ਬੰਦ ਕਰ ਗਏ, ਆ ਚੰਗਾ ਉਹ ਮਾੜਾ ਐ ਆ ਫਲਾਂ ਢੀਂਗਾ, ਆਪਾਂ ਇਹ ਵਿਚਾਰ ਬਾਅਦ ਦੇ ਵਿੱਚ ਪ੍ਰਗਟ ਕਰਾਂਗੇ, ਪਹਿਲਾਂ ਆਓ ਆਪਾਂ ਯੋਗਦਾਨ ਪਾਈਏ। ਯੋਗਦਾਨ ਪਾਉਣ ਤੋਂ ਬਾਅਦ ਜਦੋਂ ਆਪਾਂ ਜਿੱਤ ਗਏ ਫਿਰ ਉਸ ਤੋਂ ਬਾਅਦ ਆਪਦੇ ਵਿਚਾਰ ਪ੍ਰਗਟ ਕਰੀ ਜਾਇਓ। ਤੇ ਨਾਲ ਹੀ ਉਹਨੇ ਇਹ ਗੱਲ ਕਹੀ ਆ ਵੀ ਜਿਹੜੀਆਂ ਕਿਸਾਨ ਜਥੇਬੰਦੀਆਂ ਉਹਨਾਂ ਨੂੰ ਇਕੱਠੇ ਹੋਣਾ ਚਾਹੀਦਾ, ਦੁਆਬੇ ਤੋਂ ਇਹਦੀ ਸ਼ੁਰੂਆਤ ਹੋਣੀ ਚਾਹੀਦੀ ਆ। ਕਿਸਾਨ ਜਥੇਬੰਦੀਆਂ ਇੱਥੇ ਇੱਕ ਹੋ ਜਾਣ, ਆਪਾਂ ਕੱਤੀਆਂ ਨੂੰ ਇੱਕ ਬਣਾ ਕੇ, ਇਹਦੇ ਵਰਗੀ ਰੀਸ ਕੋਈ ਨਹੀਂ। ਇਹ ਸਭ ਤੋਂ ਸੋਹਣੀ ਗੱਲ ਕੀਤੀ ਆ ਉਹਨਾਂ ਨੇ, ਕਿਉਂਕਿ ਅਕਸਰ ਆਪਣੇ ਵੀ ਜ਼ਿਹਨ ਦੇ ਵਿੱਚ ਇਹ ਖਿਆਲ ਆਉਂਦਾ ਰਿਹਾ ਹੈ ਕਿ ਜਥੇਬੰਦੀਆਂ ਇੱਕ ਕਹਿ ਲੋ ਮਾਲਾ ਦੇ ਵਿੱਚ ਪਰੋਈਆਂ ਹੋਣੀਆਂ ਚਾਹੀਦੀਆਂ ਨੇ, ਇਹ ਇੱਕ ਹੋਣੀ ਚਾਹੀਦੀ ਹੈ ਜਥੇਬੰਦੀ। ਆਪਾਂ ਜਦੋਂ 31 ਜਥੇਬੰਦੀਆਂ ਕਹਿੰਦੇ ਆ ਨਾ ਤਾਂ ਇਉਂ ਲੱਗਦਾ ਸੁਣਨ ਵਾਲੇ ਨੂੰ ਵੀ ਇਹਨਾਂ ਤਾਂ 31 ਦੇ ਵਿੱਚ ਵੀ ਏਕਾ ਹੈ ਨਹੀਂਗਾ, ਤੇ ਇਸ ਲਈ ਉਹ ਥੋੜੇ ਜਿਹੇ ਲੋਕ ਜਿਹੜੇ ਨੇ ਕਈ ਤਰ੍ਹਾਂ ਦੇ ਸਵਾਲ ਚੁੱਕਦੇ ਨੇ, ਤੇ ਜੇ ਏਕਾ ਹੋ ਜਾਵੇ ਤਾਂ ਉਹਦੇ ਨਾਲ ਦੀ ਰੀਸ ਨਹੀਂ। ਹਾਲਾਂਕਿ ਹਾਲੇ ਵੀ ਭਾਵੇਂ ਉਹ 31 ਜਥੇਬੰਦੀਆਂ ਦੀ ਗੱਲ ਕਰ ਲਈਏ, ਚਾਹੇ ਆਪਾਂ ਸਾਰੇ ਭਾਰਤ ਦੀਆਂ ਜਥੇਬੰਦੀਆਂ ਦੀ ਗੱਲ ਕਰ ਲਈਏ, ਤੋਰੋ ਏਕੇ ਦੇ ਨਾਲ ਹੀ ਰਹੇ ਨੇ, ਹੈਗੇ ਉਹ ਇਕੱਠੇ ਹੀ ਨੇ, ਪਰ ਜੇ ਸਾਰੀਆਂ ਰਲ ਜਾਣ, ਇਕਜੁੱਟ ਹੋ ਜਾਣ, ਤੇ ਫਿਰ ਉਹਦੇ ਨਾਲ ਦੀ ਰੀਸ ਕੋਈ ਨਹੀਂ। ਦੇਖੋ ਜਿਸ ਤਰੀਕੇ ਦੇ ਨਾਲ ਇਕੱਠ ਹੋਇਆ 23 ਮਾਰਚ ਨੂੰ, ਉਹਦੇ ਤੋਂ ਬਾਅਦ ਇਹ ਤਾਂ ਪਤਾ ਲੱਗ ਗਿਆ ਵੀ ਜਿੰਨੇ ਵੀ ਲੋਕ ਸਿਆਣੇ ਆ ਉਹਨਾਂ ਨੂੰ ਕੋਈ ਸ਼ੱਕ ਨਹੀਂਗਾ ਵੀ ਉਹ ਇੱਥੇ ਪਹੁੰਚੇ ਆ। ਉਹਨਾਂ ਨੂੰ ਕੋਈ ਦੁਚਿੱਤੀ ਨਹੀਂ, ਕੋਈ ਸ਼ੱਕ ਨਹੀਂ ਵੀ ਭਾਈ ਕਿਸਾਨ ਆਗੂ ਕਿਵੇਂ ਆ। ਉਹ ਮੰਨਦੇ ਆ ਵੀ ਕਿਸਾਨ ਆਗੂ ਸਹੀ ਕੰਮ ਕਰਦੇ ਆ, ਉਹ ਮੰਨਦੇ ਆ ਵੀ ਕੇਂਦਰ ਦੀ ਸਰਕਾਰ ਦੀ ਢੀਠਤਾ ਹੀ ਆ। ਪਰ ਜਿਹੜੇ ਲੋਕ ਘਰ ਦੇ ਵਿੱਚ ਬੈਠ ਕੇ ਛੁਰਲੀ ਛੱਡ ਦਿੰਦੇ ਆ, ਜਾਂ ਤਾਂ ਫਿਰ ਇਕੱਲੇ ਉਹੀ ਸਿਆਣੇ ਰਹਿ ਗਏ
100-200 ਬੰਦਾ ਤੇ ਜਾਂ ਫਿਰ ਜਿਹੜੇ ਇੰਨੇ ਲੋਕ ਬੈਠੇ ਇਹ ਸਿਆਣੇ ਆ, ਦੋਵਾਂ ਦੇ ਵਿੱਚੋਂ ਇੱਕ ਗੱਲ ਨੂੰ ਚੁਣਨਾ ਪੈਣਾ ਤੇ ਮੇਰਾ ਖਿਆਲ ਆ ਵੀ ਬਹੁ ਗਿਣਤੀ ਵਾਲੇ ਪਾਸੇ ਜਾਂਦੇ ਸਾਰੇ। ਜੀ ਬਿਲਕੁਲ ਸਹੀ ਗੱਲ ਹੈ। ਔਰ ਚਾਹੇ ਕਿਸਾਨ ਆਗੂ ਕਿਸੇ ਬਾਰੇ ਕੁਝ ਕਹਿਣ ਗਲਤ, ਉਹ ਵੀ ਗਲਤ ਗੱਲ ਹੈ, ਚਾਹੇ ਕੋਈ ਕਿਸਾਨ ਆਗੂਆਂ ਬਾਰੇ ਗਲਤ ਕਵੇ ਉਹ ਵੀ ਗਲਤ ਗੱਲ ਆ, ਕਿਉਂਕਿ ਆਪਾਂ ਇਹ ਭੁੱਲ ਰਹੇ ਹਾਂ ਕਿ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ, ਜਦੋਂ ਤੋਂ ਕਿਸਾਨੀ ਸੰਘਰਸ਼ ਦੀ ਸ਼ੁਰੂਆਤ ਹੋਈ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਦੋ ਹੀ ਹਥਿਆਰ ਨੇ ਸਾਡੇ ਕੋਲ ਜਿਹੜੇ ਕਿ ਸਰਕਾਰ ਨੂੰ ਤੰਗ ਪਰੇਸ਼ਾਨ ਕਰ ਰਹੇ ਨੇ, ਜਿਹਦੇ ਕਰਕੇ ਸਰਕਾਰ ਡਰੀ ਹੋਈ ਹੈ। ਉਹ ਇੱਕ ਹੈ ਏਕਾ ਤੇ ਦੂਜਾ ਸਾਡੀ ਸ਼ਾਂਤੀ। ਅਸੀਂ ਇਹਨੂੰ ਭੰਗ ਨਾ ਹੋਣ ਦਈਏ। ਇਹਨਾਂ ਹਥਿਆਰਾਂ ਤੋਂ ਇਲਾਵਾ ਸਾਡੇ ਕੋਲ ਹੋਰ ਕੁਝ ਨਹੀਂ ਹੈ ਤੇ ਹੋਣਾ ਵੀ ਨਹੀਂ ਚਾਹੀਦਾ। ਮੈਨੂੰ ਫੋਨ ਆ ਗਿਆ, ਮੈਨੂੰ ਕਹਿੰਦਾ ਵੀ ਜੋਗਿੰਦਰ ਸਿੰਘ ਉਗਰਾਹਾਂ ਤਾਂ ਕਾਮਰੇਡ ਆ, ਤੇ ਮੈਂ ਕਿਹਾ ਆਪਾਂ ਨੂੰ ਕੀ ਸਮੱਸਿਆ ਜੀ। ਕਹਿੰਦਾ ਨਹੀਂ ਕਾਮਰੇਡਾਂ ਦੇ ਵੱਲੋਂ ਤਾਂ ਹੱਥ ਦੇ ਵਿੱਚ ਜਦੋਂ ਕਮਾਨ ਲੈ ਲਈ ਜਾਂਦੀ ਆ ਨਾ ਬੜਾ ਨੁਕਸਾਨ ਕਰਦੇ ਆ। ਮੈਂ ਕਿਹਾ ਆਪਾਂ ਜਿਹੜੀ ਪਾਰਟੀ ਦੇ ਨਾਲ ਜੁੜੇ ਹੋਵਾਂਗੇ, ਜਿਹੜੀ ਦੇ ਨਾਲ ਵੀ ਜੁੜੇ ਹੋਵਾਂਗੇ, ਉਹਨੇ ਪੰਜਾਬ ਦੇ ਵਿੱਚ ਕਿਹੜੇ ਰੰਗ ਭਾਗ ਲਾਤੇ ਮੈਨੂੰ ਇਹਦੇ ਬਾਰੇ ਦੱਸ ਦਿਓ। ਮੈਂ ਕਿਹਾ ਮੈਂ ਤੈਨੂੰ ਪੁੱਛਣਾ ਨਹੀਂ ਚਾਹੁੰਦਾ ਵੀ ਤੁਸੀਂ ਕਿਹੜੀ ਪਾਰਟੀ ਨਾਲ ਜੁੜੇ ਆ, ਪਰ ਇਹ ਦੱਸੋ ਵੀ ਤੁਸੀਂ ਕੀ ਖੱਟਿਆ। ਮੈਂ ਕਹਿੰਦਾ ਵੀ ਚਲੋ ਕਾਮਰੇਡ ਮਾੜੇ ਆ, ਇਹ ਦੱਸੋ ਵੀ ਤੁਸੀਂ ਕਿਵੇਂ ਚੰਗੇ ਆ, ਤੁਹਾਡੀ ਪਾਰਟੀ ਨੇ ਅੱਜ ਤੱਕ ਕੀ ਚੰਗਾ ਕੀਤਾ। ਵੀ ਯਾਰ ਗੱਲ ਕੀ ਚੱਲਦੀ ਆ, ਇਧਰ ਮੈਂ ਇਧਰ ਪੜਿਆ ਚੱਲੀ ਜਾਂਦੀ ਆ। ਨਹੀਂ ਇਹ ਸਾਨੂੰ ਪੰਜਾਬੀਆਂ ਨੂੰ ਆਦਤ ਆ, ਅਸੀਂ ਫਿਰ ਉੱਥੇ ਗੱਲ ਤੇ ਆਉਣੀ ਆ ਮੈਂ ਕਿ ਅਸੀਂ ਨਾ ਪ੍ਰਮਾਣ ਪੱਤਰ ਦੇਣ 'ਚ ਜ਼ਿਆਦਾ ਯਕੀਨ ਰੱਖਦੇ। ਇਹ ਹਿੰਦੂ ਹੈ, ਇਹ ਕਾਮਰੇਡ ਹੈ, ਇਹ ਵਿਕਿਆ ਹੋਇਆ ਹੈ, ਇਹ ਤਾਂ ਸ਼ੁਰੂ ਤੋਂ ਹੀ ਇਦਾਂ ਦਾ ਹੈ। ਅਸੀਂ ਨਾ ਗੱਲਾਂ ਵੱਲ ਜ਼ਿਆਦਾ ਧਿਆਨ ਦਿੰਦੇ ਆ। ਮੇਰੀ ਤਾਂ ਬੇਨਤੀ ਆ ਵੀ ਭਾਈ ਤੁਸੀਂ ਵੀ 4 ਮਹੀਨੇ ਬੈਠੋ, ਜਾਓ ਵਿਕ ਜਾਓ। ਹਾਂ ਬਿਲਕੁਲ ਸਹੀ, 4 ਮਹੀਨੇ ਬੈਠੋ ਤਾਂ ਸਹੀ। ਹਾਂ ਨਾਲੇ ਜਿਹੜੇ ਕਾਮਰੇਡ ਤੁਸੀਂ ਕਹਿੰਦੇ ਹੋ ਹੈਗੇ ਨੇ ਉਹਨਾਂ ਨੂੰ ਪਾਸੇ ਕਰੋ ਤੇ ਤੁਸੀਂ ਮੋਹਰੇ ਲੱਗ ਜਾਓ। ਤੁਸੀਂ ਕਹੋ ਵੀ ਤੁਹਾਡੇ ਤੋਂ ਨਹੀਂ ਹੋਇਆ, ਅਸੀਂ ਕਰਾਂਗੇ। ਸਾਰੇ ਵਿਕੇ ਹੋਏ ਆ, ਚਲੋ ਤੁਸੀਂ ਮੂਹਰੇ ਲੱਗ ਜਾਓ। ਜੀ ਬਿਲਕੁਲ ਸਹੀ। ਜੱਜ ਦਾ ਵਿਚਾਰ। ਲਓ ਜੀ, ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਮੈਂ ਹਾਂ ਸਵਰਨ ਸਿੰਘ ਤੇ ਨਾਲ ਨੇ ਹਰਮਨ ਸਿੰਘ ਜੀ, ਤੇ ਵਿਚਾਰਾਂ ਦੀ ਸਾਂਝ ਫੇਰ ਪਾਉਨੇ ਆ। ਅੱਗੇ ਵਧੀਆ ਟਾਣਾ ਸਾਹਿਬ, ਪੱਛਮੀ ਬੰਗਾਲ ਦੀ ਗੱਲ ਕਰਦੇ। ਪੱਛਮੀ ਬੰਗਾਲ ਦੇ ਵਿੱਚ ਲਹਿਰਾਂ ਬਹਿਰਾਂ ਲੱਗੀਆਂ ਪਈਆਂ ਜੀ। ਹਾਂਜੀ ਹਾਂਜੀ, ਵਿਚਾਰਾਂ ਦੀਆਂ, ਹਾਂਜੀ, ਵਿਰੋਧ ਦੀਆਂ, ਦੂਸ਼ਣਬਾਜ਼ੀ ਦੀਆਂ, ਇੱਕ ਦੂਜੇ ਦੇ ਉੱਤੇ ਚਿੱਕੜ ਸੁੱਟਣ ਦੀਆਂ ਲਹਿਰਾਂ ਬਹਿਰਾਂ ਵੈਸੇ ਕੌਮਿਆਂ ਦੇ ਵਿੱਚ ਆ ਜੀ। ਬਿਲਕੁਲ, ਤੇ ਇਹਨਾਂ ਲਹਿਰਾਂ ਬਹਿਰਾਂ ਦੇ ਵਿੱਚ ਬਹੁਤ ਸਾਰੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਇੱਕ ਦੂਸਰੇ ਨੂੰ ਜਿਹੜੇ ਕਿ ਜੋ ਗੱਲਾਂ ਸੁਣਾਈਆਂ ਜਾ ਰਹੀਆਂ ਨੇ ਲੀਡਰਾਂ ਦੇ ਵੱਲੋਂ, ਉਹ ਗੱਲਾਂ ਵੀ ਹੈਰਾਨ ਹੀ ਕਰਦੀਆਂ ਨੇ ਟਾਣਾ ਸਾਹਿਬ। ਹੈਰਾਨ ਤਾਂ ਹਰਮਨ ਜੀ ਕਰਨਾ ਹੀ ਆ। ਅੱਜ ਚੌਥੇ ਦਿਨ ਮੋਦੀ ਸਾਹਿਬ ਕਹਿ ਦਿੰਦੇ ਆ ਕਿ ਦੀਦੀ ਤੋਂ ਭਾਗੇਗੀ। ਮੈਂ ਕਹਿੰਦਾ ਵੀ ਹੱਦ ਹੋ ਗਈ। ਦੀਦੀ ਦੇ ਭੱਜਣ ਦੀ ਵੀ ਉਡੀਕ ਕੀਤੀ ਜਾ ਰਹੀ ਹੈ। ਲੋਕ ਤਾਂ ਆਪਦੀ ਦੀਦੀ ਨੂੰ ਰੋਕਦੇ ਆ। ਲੋਕ ਇਹ ਗੱਲ ਕਹਿੰਦੇ ਵੀ ਨਹੀਂ ਭਾਈ ਸਾਡੀ ਇੱਜ਼ਤ ਦਾ ਸਵਾਲ ਆ, ਤੂੰ ਕਿਤੇ ਨਹੀਂ, ਆਪਾਂ ਤੇਰੇ ਨਾਲ ਸਹਿਮਤ ਆ, ਆਪਾਂ ਇੱਕ ਪਰਿਵਾਰ ਦੇ ਵਿੱਚ ਏਕਤਾ ਵਾਲੀ ਗੱਲ ਆ, ਤੂੰ ਸਾਡੀ ਭੈਣ ਆ, ਅਸੀਂ ਤੇਰੇ ਭਰਾ, ਤੂੰ ਸਾਡੀ ਧੀ ਆ, ਅਸੀਂ ਤੇਰੇ ਪਿਓ ਆ। ਵੀ ਇਦਾਂ ਦੀ ਕੋਈ ਗੱਲ ਨਹੀਂ ਕਰਨੀ, ਮੁੰਡਾ ਹੋਵੇ ਜਾਂ ਕੁੜੀ ਹੋਵੇ, ਵੀ ਕੋਈ ਵੀ ਗਲਤੀ ਨਹੀਂ ਕਰਨੀ ਕਿ ਜਿਹਦੇ ਕਰਕੇ ਪਰਿਵਾਰ ਦੀ ਬਦਨਾਮੀ ਹੋਵੇ। ਇੱਥੇ ਪ੍ਰਧਾਨ ਮੰਤਰੀ ਸਾਹਿਬ ਆਪ ਹੀ ਕਹਿੰਦੇ ਦੀਦੀ ਤੋਂ ਭਾਗੇਗੀ, 2 ਮਈ ਕੇ ਬਾਅਦ ਢੂੰਡੀ ਨਹੀਂ ਮਿਲੇਗੀ। ਵੀ ਜਦੋਂ ਉਹ ਨਹੀਂ ਕਰੀ ਤੂੰ ਮੇਰਾ ਵੀਰਾ, ਤੁਸੀਂ ਦੀਦੀ ਦੀਦੀ ਕਦੋਂ ਕਰੀ ਜਾਂਦੇ ਆ? ਤੇ ਜੇਕਰ ਦੀਦੀ ਕਹਿੰਦੇ ਆ ਤਾਂ ਫਿਰ ਇਹ ਕਹੋ ਵੀ ਸਾਡੀ ਦੀਦੀ ਇੱਥੇ ਰਹੂਗੀ। ਹਾਂ ਸਹੀ ਗੱਲ ਹੈ। ਤੁਸੀਂ ਵੇਖੋ, ਜਾਂ ਤਾਂ ਨਾਮ ਦੇ ਨਾਲ ਗੱਲ ਕਰੋ, ਮਮਤਾ ਬੈਨਰਜੀ ਉਹਨਾਂ ਦਾ ਨਾਂ ਹੈ, ਨਾ ਲੈ ਕੇ ਗੱਲ ਕਰੋ। ਜਿਹੜੀ ਗੱਲ ਕਹਿਣੀ ਹੈ ਤੁਸੀਂ ਨਾਂ ਦੇ ਹਿਸਾਬ ਨਾਲ। ਮੈਨੂੰ ਨਾ ਇਸ ਗੱਲ ਤੋਂ ਗੱਲ ਚੇਤੇ ਆ ਗਈ, ਗੀਤੇ ਦਿਆਲਦਾਰ ਦਾ ਗਾਣਾ ਆਇਆ ਸੀਗਾ, ਤੁਰਦੀਆਂ ਪਿੰਕ ਸੂਟ ਦਾ ਪਹੁੰਚ ਚੱਕ ਚੱਕ ਚੱਕੇ। ਤੇ ਮੈਂ ਨਾ ਇੱਕ ਵਾਰੀ ਜਿੱਥੇ ਰਹਿੰਦਾ ਸੀਗਾ ਪਹਿਲਾਂ ਕਿਰਾਏ ਤੇ ਉੱਥੇ ਮੈਂ ਰਸੋਈ ਦੇ ਵਿੱਚ ਨਾ ਤੇ ਕੁਝ ਬਣਾਈ ਜਾਵਾਂ, ਤੇ ਸਾਡੀ ਰਸੋਈ ਦੀ ਤਾਕੀ ਹੈ ਜਿਹੜੀ ਉਹ ਬਾਹਰ ਮੁੱਖ ਸੜਕ ਦੇ ਵੱਲ ਖੁੱਲਦੀ ਸੀਗੀ, ਉਹ ਗਲੀ ਦੇ ਵੱਲ। ਤੇ ਉੱਥੇ ਨਾ ਇੱਕ ਮੁੰਡਾ ਤੇ ਆਪਦੀ ਕੋਈ ਪਰਿਵਾਰਕ ਮੈਂਬਰ ਦੇ ਨਾਲ, ਸ਼ਾਇਦ ਭੈਣ ਸੀ, ਉਹ ਆਪਦੀ ਭੈਣ ਨੂੰ ਕਹੇ, ਭੈਣੇ ਤੂੰ ਤਾਂ ਤੁਰਦੀ ਐ ਪਿੰਕ ਸੂਟ ਦਾ ਪਹੁੰਚ ਚੱਕ ਚੱਕੀ। ਤੇ ਮੈਨੂੰ ਇਉਂ ਲੱਗਦਾ ਵੀ ਭਾਈ ਦੀਦੀ ਬਾਰੇ ਐਂ ਕਹਿੰਦੇ ਜਿਹੜੇ ਲੋਕ, ਪਤਾ ਨਹੀਂ ਕਿਹੋ ਜੀ ਮਾਨਸਿਕਤਾ ਵਾਲੇ ਆ। ਨਹੀਂ ਹੋ ਗਈ। ਸੋ ਗੱਲ ਇਹ ਹੈ ਕਿ ਮਾਹੌਲ ਪੂਰਾ ਭਖਿਆ ਹੋਇਆ ਹੈ ਔਰ ਇਸ ਵੇਲੇ ਉਧਰ ਮਿਥੁਨ ਚੱਕਰਵਰਤੀ ਹੋ ਰਹੀ, ਮਤਲਬ ਦੁਬਾਰਾ ਮੈਨੂੰ ਤਾਂ ਕੋਬਰਾ ਵੀ ਨਹੀਂ ਦਿਖਿਆ ਕਿਤੇ। ਉਹ ਜਿਹੜਾ ਕਹਿੰਦਾ ਸੀ ਮੈਂ ਦੱਸ ਲੂੰਗਾ ਸਭ ਨੂੰ, ਉਹ ਪਤਾ ਨਹੀਂ ਅੰਦਰ ਹੀ ਖੁੱਡ 'ਚ ਵੜ ਗਿਆ। ਤੈਨੂੰ ਲੈ ਲੈਂਦਾ ਉਹਨੂੰ ਅਪ੍ਰੈਲ ਮਹੀਨਾ ਚੜ੍ਹਨ ਵਾਲਾ, ਹਾਲੇ ਵੀ ਠੰਡ ਲੱਗੀ ਜਾਂਦੀ ਹੈ। ਤੇ ਉਹ ਦੁਬਾਰਾ ਖੁੱਡ 'ਚ ਵੜ ਗਿਆ ਸ਼ਾਇਦ ਕੋਬਰਾ, ਉਹ ਦਿਖਿਆ ਨਹੀਂ ਦੁਬਾਰਾ ਕਿਤੇ ਵੀ। ਦੇਖੋ ਉਹਨੂੰ ਟਿਕਟ ਮਿਲੀ ਨਾ ਜਦੋਂ, ਉਹਨੇ ਫੇਰ ਬਾਹਰ ਨਿਕਲਣਾ। ਅੱਛਾ, ਇਹ ਵੀ ਗੱਲ ਸਹੀ ਹੈ ਤੁਹਾਡੀ। ਪਰ ਗੱਲ ਇਹ ਹੈ ਕਿ ਇਸ ਵੇਲੇ ਸਾਰਿਆਂ ਦੀਆਂ ਨਜ਼ਰਾਂ, ਮਤਲਬ ਤੁਸੀਂ ਇਹ ਵੇਖੋ ਕਿ ਚਾਹੇ ਕਿਸੇ ਦਾ ਪੱਛਮੀ ਬੰਗਾਲ ਦੇ ਵਿੱਚ ਕੋਈ ਰਿਸ਼ਤੇਦਾਰ ਰਹਿੰਦਾ ਭਾਵੇਂ ਨਹੀਂ ਰਹਿੰਦਾ, ਕਿਸੇ ਦਾ ਕੋਈ ਸਬੰਧ ਪੱਛਮੀ ਬੰਗਾਲ ਨਾਲ ਹੈ ਜਾਂ ਨਹੀਂ ਹੈ, ਪਰ ਨਜ਼ਰਾਂ ਸਾਰਿਆਂ ਦੀਆਂ ਪੱਛਮੀ ਬੰਗਾਲ ਵੱਲ ਨੂੰ ਟਿਕੀਆਂ ਹੋਈਆਂ ਨੇ ਕਿ ਚੋਣ ਨਤੀਜੇ ਕਿਹੋ ਜਿਹੇ ਆਉਣਗੇ। ਬਿਲਕੁਲ ਸਹੀ ਗੱਲ ਹੈ। ਤੇ ਕਿਸਾਨਾਂ ਨੇ ਜਿਸ ਤਰੀਕੇ ਦੇ ਨਾਲ ਉੱਥੇ ਜਾ ਕੇ ਜਲਵਾ ਪੇਸ਼ ਕੀਤਾ, ਮੈਨੂੰ ਲੱਗਦਾ ਵੀ ਸ਼ਾਇਦ ਚਮਤਕਾਰੀ ਨਤੀਜੇ ਆਉਣਗੇ। ਸੋ ਉੱਥੇ ਵੀ ਰਿਸ਼ਤਿਆਂ ਦੀ ਲਾਜ ਰੱਖਣੀ ਚਾਹੀਦੀ ਹੈ, ਉਦਾਂ ਰਾਜਨੀਤੀ ਦੇ ਵਿੱਚ ਵੀ ਰਿਸ਼ਤਿਆਂ ਦੀ ਲਾਜ ਰਹਿਣੀ ਚਾਹੀਦੀ ਹੈ। ਇੱਕ ਦੂਜੇ ਦੇ ਬਾਰੇ ਜੋ ਕੁਝ ਕਿਹਾ ਜਾ ਰਿਹਾ ਨਾ, ਮੈਂ ਤਾਂ ਹੈਰਾਨ ਆ। ਬਾਂਦਰ ਤੋਂ ਲੈ ਕੇ ਗੱਧੇ ਤੋਂ ਲੈ ਕੇ ਪਤਾ ਨਹੀਂ ਕਿਹੜੇ ਕਿਹੜੇ ਜਾਨਵਰਾਂ ਦੇ ਨਾਂ ਉੱਥੇ ਲਏ ਜਾ ਰਹੇ ਆ। ਇੱਕ ਨੂੰ ਦੂਜਾ, ਦੂਜੇ ਨੂੰ ਤੀਜਾ, ਤੀਜੇ ਨੂੰ ਚੌਥਾ, ਇੰਨਾ ਕੁ ਮਾੜਾ ਬੋਲ ਰਿਹਾ ਵੀ ਲੱਗਦਾ ਹੀ ਨਹੀਂ ਕਦੇ ਸਕੂਲ ਵੀ ਗਏ ਆ। ਬਿਲਕੁਲ ਸਹੀ ਗੱਲ ਹੈ। ਸੱਭਿਅਕ ਤਰੀਕੇ ਦੇ ਨਾਲ ਤੁਸੀਂ ਕਿਸੇ ਦਾ ਵਿਰੋਧ ਕਰ ਸਕਦੇ ਹੋ, ਕਿਸੇ ਬਾਰੇ ਕੁਝ ਕਹਿ ਸਕਦੇ ਹੋ, ਪਰ ਸੱਭਿਅਕ ਤਰੀਕੇ ਤੋਂ ਉਲਟ ਜਾ ਕੇ ਤੁਸੀਂ ਜੇ ਕੁਝ ਵੀ ਕਿਸੇ ਬਾਰੇ ਕਹੋ, ਚਾਹੇ ਕੋਈ ਵੀ ਪਾਰਟੀ ਦਾ ਨੁਮਾਇੰਦਾ, ਕੋਈ ਵੀ ਆਮ ਬੰਦਾ ਕਿਸੇ ਬਾਰੇ ਕੁਝ ਕਹੇ, ਉਹ ਮਾੜੀ ਗੱਲ ਹੈ, ਨਹੀਂ ਕਹਿਣਾ ਚਾਹੀਦਾ। ਬਿਲਕੁਲ ਸਹੀ ਗੱਲ ਆ। ਤੇ ਇੱਕ ਹੋਰ ਗੱਲ ਹੈ ਵੀ ਹੁਣ ਦੇਖੋ ਚੋਣਾਂ ਨਾ,
ਇਹਨਾਂ ਚੋਣਾਂ ਦੇ ਮੱਦੇਨਜ਼ਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਇੱਕੋ ਥਾਂ ਦੇ ਉੱਤੇ ਖੜ ਗਈਆਂ ਜੀ। ਤੇ ਜੇ ਕਿਤੇ ਚੋਣਾਂ ਨਾ ਹੁੰਦੀਆਂ ਤੇ ਫਿਰ ਇਹ ਹੁਣ ਨੂੰ ਹੋਰ ਵੱਧ ਜਾਣੀਆਂ ਸੀ। ਜੀ। ਤੇ ਹੁਣ ਤੱਕ ਸਾਰੀ ਸਰਕਾਰ ਕਹਿੰਦੀ ਰਹੀ ਹੈ ਕਿ ਤੇਲ ਕੰਪਨੀਆਂ ਦੇ ਇਹ ਆਪਣੇ ਨਿੱਜੀ ਫੈਸਲੇ ਆ, ਇਹ ਸਾਡੇ ਕਾਬੂ ਦੇ ਵਿੱਚੋਂ, ਕੰਟਰੋਲ ਦੇ ਵਿੱਚੋਂ ਬਾਹਰ ਆ। ਤੇ ਜੇ ਕੰਟਰੋਲ ਦੇ ਵਿੱਚੋਂ ਬਾਹਰ ਆ ਤੇ ਹੁਣ 25 ਦਿਨ ਹੋਣ ਲੱਗੇ ਆ, 20-25 ਦਿਨ ਹੋ ਗਏ ਆ, ਹੁਣ ਕਿਉਂ ਨਹੀਂ ਕਾਬੂ ਦੇ ਵਿੱਚੋਂ ਬਾਹਰ? ਮਤਲਬ ਇਹ ਵੀ ਤੁਹਾਡੇ ਕਹਿਣੇ ਦੇ ਵਿੱਚ ਆ। ਤੇ ਜੇਕਰ ਚੋਣਾਂ ਕਰਕੇ ਤੁਹਾਡੇ ਕਹਿਣੇ ਦੇ ਵਿੱਚ ਰੁਕ ਜਾਂਦੀਆਂ ਤਾਂ ਉਹਦਾ ਵੀ ਰੋਕ ਲਿਆ ਕਰੋ। ਬੰਦੇ ਅਸੀਂ ਉਹੀ ਜਿਹੜੇ ਤੁਹਾਨੂੰ ਵੋਟਾਂ ਪਾਉਣੇ ਆ ਜੀ, ਜਾਂ ਫਿਰ ਪੂਰੇ ਭਾਰਤ ਦੇ ਵਿੱਚ ਇਕੱਠੀਆਂ ਚੋਣਾਂ ਕਰਾ ਲਿਆ ਕਰੋ, ਸਾਰਿਆਂ ਨੂੰ ਇੱਕੋ ਜਿਹਾ ਸਾਥ ਆਵੇ। ਬਿਲਕੁਲ ਸਹੀ। ਜੱਜ ਦਾ ਵਿਚਾਰ। ਹਰਮਨ ਜੀ, ਸਾਰੇ ਲੋਕ ਇਹ ਗੱਲ ਕਹਿੰਦੇ ਆ ਵੀ ਬੱਚਿਆਂ ਦੇ ਨਾਲ ਦੋਸਤਾਨਾ ਮਾਹੌਲ ਰੱਖਣਾ ਚਾਹੀਦਾ ਜੀ। ਬੱਚਿਆਂ ਨੂੰ ਆਪਣੇ ਦੋਸਤ ਬਣਾ ਕੇ ਰੱਖੋ। ਬੱਚੇ ਬਾਹਰ ਨਾ ਕਿਸੇ ਕੋਲੇ ਗੱਲ ਕਰਨ, ਕਿਤੇ ਗਲਤ ਨਾ ਗਾਈਡ ਹੋ ਜਾਣ, ਕਿਸੇ ਤੋਂ ਗਲਤ ਰਾਏ ਨਾ ਲੈ ਲੈਣ। ਇਸ ਕਰਕੇ ਆਪਣੇ ਮਾਪਿਆਂ ਦੇ ਨਾਲ ਹੀ ਫਰੈਂਡਲੀ ਚੱਲਣ। ਤੇ ਮਾਪਿਆਂ ਨੂੰ ਵੀ ਚਾਹੀਦਾ ਵੀ ਧੌਂਸ ਨਾ ਜਮਾਇਆ ਕਰਨ ਤੇ ਉਹ ਸਾਰੀ ਗੱਲ ਉਹਨਾਂ ਦੀ ਪਿਆਰ ਨਾਲ ਸੁਣ ਕੇ ਤਾਂ ਦੱਸਿਆ ਕਰਨ, ਪੁੱਤ ਨਹੀਂ ਹਾਲੇ ਇਹ ਉਮਰ ਨਹੀਂ, ਧੀਏ ਹਾਲੇ ਇਉਂ ਨਹੀਂ ਕਰਨਾ, ਜ਼ਿੰਦਗੀ ਦੇ ਵਿੱਚ ਕੁਝ ਕਰਨਾ। ਕਹਿੰਦੇ ਵੀ ਇੱਕ ਵਾਰੀ ਇੱਕ ਪਰਿਵਾਰ ਆਪਦੇ ਮੁੰਡੇ ਨੂੰ ਇਹੀ ਰਾਏ ਦਿੰਦਾ ਸੀ ਵੀ ਪੁੱਤ ਹਰ ਗੱਲ ਸਾਡੇ ਨਾਲ ਕਰ ਲੈਣੀ ਆ। ਇੱਕ ਦਿਨ ਮੁੰਡਾ ਉਦਾਸ ਬੈਠਾ ਤੇ ਉਹਦਾ ਬਾਪ ਕਹਿੰਦਾ ਪੁੱਤ ਗੱਲ ਕੀ ਹੋ ਗਈ? ਕਹਿੰਦਾ ਕੁਛ ਨਹੀਂ, ਬਸ ਪਾਪਾ ਕੁਛ ਨਹੀਂ, ਬਸ ਕੋਈ ਗੱਲ ਨਹੀਂ ਗੀ, ਤੁਸੀਂ ਨਹੀਂ ਜਾਣ ਸਕਦੇ ਕਿ ਕੋਈ ਗੱਲ ਨਹੀਂ, ਤੁਸੀਂ ਆਪਣਾ ਕੰਮ ਕਰੋ, ਮੈਂ ਠੀਕ ਆ, ਮੈਂ ਤਾਂ ਉਦਾਸੀ ਦਾ ਡੰਗਿਆ ਪਿਆ। ਉਹ ਕਹਿੰਦਾ ਪੁੱਤ ਗੱਲ ਕੀ ਹੈ, ਮੈਨੂੰ ਦੱਸ ਤਾਂ ਸਹੀ, ਤੂੰ ਮੈਨੂੰ ਆਪਣਾ ਦੋਸਤ ਸਮਝ ਯਾਰ, ਤੂੰ ਮੈਨੂੰ ਆਦਾ ਜਿਗਰੀ ਸਮਝ, ਮੈਂ ਬਸ ਪਿਓ ਪਰੇ ਆ, ਮੈਂ ਬਸ ਪਿਓ ਆ, ਇਹਨੂੰ ਪਰੇ ਕਰ ਦੇ ਤੇ ਮੈਂ ਤੇਰਾ ਮਿੱਤਰ ਆ, ਮੈਂ ਤੇਰੇ ਨਾਲ ਪੜ੍ਹਦਾ, ਬਸ ਤੂੰ ਇਹ ਸਮਝ। ਕਹਿੰਦਾ ਯਾਰ ਕੀ ਦੱਸਾਂ, ਤੇਰੀ ਭਰਜਾਈ ਆਈਫੋਨ ਮੰਗਦੀ ਆ, ਮੈਂ ਬੜਾ ਤੰਗ ਆ, ਪਾਪਾ ਪੈਸੇ ਨਹੀਂ ਦਿੰਦਾ। ਉਹ ਕਹਿੰਦਾ ਜੁੱਤੀ ਲਾ ਲੂ ਮੈਂ ਤੇਰੇ। ਕਮਾਲ ਕਰਦੀ ਹੈ। ਸੋ ਖੈਰ, ਮੈਂ ਜਿਹੜੀ ਗੱਲ ਕਰਨ ਲੱਗੀ ਸੀ, ਟਾਣਾ ਸਾਹਿਬ ਸੁਣ ਕੇ ਹੈਰਾਨ ਪਰੇਸ਼ਾਨ ਹੋ ਜਾਓਗੇ। ਤੁਹਾਨੂੰ ਪਤਾ ਬਿਹਾਰ ਦੇ ਵਿੱਚ ਪੰਚਾਇਤੀ ਚੋਣਾਂ ਹੋਣੀਆਂ ਨੇ, ਹਨਾ? ਤੇ ਉਹਦੇ ਲਈ ਪਿੱਛੇ ਜੇ ਆਪਾਂ ਹਦਾਇਤਾਂ ਵੀ ਪੜੀਆਂ ਸੀ ਕਿ ਬਹੁਤ ਖਤਰਨਾਕ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਪੜਿਆ ਲਿਖਿਆ ਹੋਣਾ ਚਾਹੀਦਾ ਬੰਦਾ, ਫਿਰ ਉਸ ਤੋਂ ਬਾਅਦ ਜੇ ਕਿਸੇ ਦੇ ਉੱਪਰ ਕੋਈ ਵੀ ਮੁਕੱਦਮਾ ਚੱਲ ਰਿਹਾ ਹੈ ਤਾਂ ਉਹ ਨਹੀਂ ਖੜਾ ਹੋ ਸਕਦਾ ਪੰਚਾਇਤੀ ਚੋਣਾਂ ਦੇ ਵਿੱਚ, ਦਾਰੂ ਦਾ ਸੇਵਨ ਨਹੀਂ ਕਰਨ ਵਾਲਾ ਹੋਣਾ ਚਾਹੀਦਾ, ਹੋਰ ਵੀ ਕਈ ਤਰ੍ਹਾਂ ਦੀਆਂ ਹਦਾਇਤਾਂ ਜਿਹੜੀਆਂ ਜਾਰੀ ਕੀਤੀਆਂ ਗਈਆਂ ਚੋਣਾਂ ਦੇ ਵਿੱਚ ਖੜਦੇ ਹੀ ਬਹਿਣ ਵਾਸਤੇ ਆ। ਜੀ। ਤੇ ਇਹਨਾਂ ਚੋਣਾਂ ਨੂੰ ਨਾ ਅੱਜ ਕੱਲ ਚੋਣਾਂ 'ਚ ਖੜਨਾ ਬਹੁਤ ਮਹਿੰਗਾ ਹੁੰਦਾ ਜਾ ਰਿਹਾ, ਆਮ ਬੰਦੇ ਦੇ ਵੱਸ ਦੀ ਖੇਡ ਨਹੀਂ। ਪੰਚਾਇਤੀ ਚੋਣਾਂ ਕਿੰਨੀਆਂ ਮਹਿੰਗੀਆਂ ਹੁੰਦੀਆਂ। ਸਾਡਾ ਇੱਕ ਜਾਣਕਾਰ ਆ, ਉਹ ਇੱਕ ਵਾਰੀ ਸਰਪੰਚ ਬਣ ਗਿਆ ਤੇ ਅਗਲੀ ਵਾਰੀ ਉਹਨੇ ਸੋਚ ਲਿਆ ਵੀ ਐਤਕੀ ਮੈਂ ਸਰਪੰਚੀ 'ਚ ਨਹੀਂ ਖੜਨਾ। ਉਹਨੇ ਕਿਹਾ ਜੀ ਨਹੀਂ, ਹੁਣ ਜਦੋਂ ਪਿੰਡ ਦਾ ਵਿਕਾਸ ਆ ਜਿਹੜਾ ਜਿੰਨਾ ਕੁ ਮੇਰੇ ਵੱਸ ਦੇ ਵਿੱਚ ਸੀ ਮੈਂ ਕਰ ਲਿਆ, ਹੁਣ ਕਿਸੇ ਹੋਰ ਨੂੰ ਮੌਕਾ ਮਿਲੇ, ਕਿਉਂਕਿ ਮੈਂ ਪੈਸੇ ਨਹੀਂ ਖਰਚ ਸਕਦਾਗਾ। ਤੇ ਲੋਕ ਆ ਜਿਹੜੇ ਦਾਰੂ ਪੀਣੋਂ ਹਟਦੇ ਨਹੀਂਗੇ। ਲੋਕਾਂ ਦਾ ਜੀ ਤੜਕੇ ਹੀ ਲੋਕ ਸਾਡੇ ਘਰ ਦੇ ਵਿੱਚ ਆ ਜਾ ਕਰਨ, 25-30 ਜਣੇ ਪਿੰਡ ਦੇ, ਲੈ ਬਈ ਵੋਟ ਤੈਨੂੰ ਪਾਉਣੀ ਆ, ਆਪਾਂ ਕਿਸੇ ਹੋਰ ਵੱਲ ਮੂੰਹ ਹੀ ਨਹੀਂ ਕਰ ਸਕਦੇ, ਲਿਆ 4 ਬੋਤਲਾਂ। ਜੇ ਤੁਸੀਂ ਵੋਟ ਪਾਉਣੀ ਹੈ ਫਿਰ ਦਾਰੂ ਕਦੋਂ ਮੰਗਦੇ ਆ? ਤੇ ਦਾਰੂ ਜੇਕਰ ਮੰਗਦੇ ਆ ਤੇ ਫਿਰ ਤੁਸੀਂ ਕੀ ਇਕੱਲੀ ਵੋਟ ਲਈ ਮੰਗਦੇ ਆ? ਮਤਲਬ ਇਹ ਆ ਵੀ ਲੋਕ ਟਿਕਟ ਨਹੀਂ ਦਿੰਦੇਗੇ ਕਈ ਵਾਰ। ਬਿਲਕੁਲ ਸਹੀ ਗੱਲ ਹੈ। ਤਾਂ ਇਹ ਜਿਹੜੀਆਂ ਮਹਿੰਗੀਆਂ ਵੋਟਾਂ ਹੋਈ ਜਾਂਦੀਆਂ ਨੇ, ਇਹਦੇ ਲਈ ਬੰਦੇ ਨੂੰ 100 ਹੀਲੇ ਕਰਨੇ ਪੈਂਦੇ ਨੇ। ਆ ਬਿਹਾਰ ਤੋਂ ਹੀ ਖਬਰ ਆਈ ਹੈ, ਨਵਾਦਾ ਜ਼ਿਲ੍ਹੇ ਦੇ ਨਾਲ ਜੁੜੀ ਹੋਈ ਹੈ। ਉੱਥੇ ਕਹਿੰਦੇ ਕਿ ਇੱਕ ਬੈਂਕ ਦੇ ਵਿੱਚ ਡਕੈਤੀ ਹੋਈ ਹੈ। ਬਹੁਤ ਮਾੜੀ ਗੱਲ ਹੈ, ਡਕੈਤੀ ਹੋਣੀ ਨਹੀਂ ਚਾਹੀਦੀ। 14-15 ਲੱਖ ਰੁਪਇਆ ਲੁੱਟ ਕੇ ਲੈ ਗਏ ਚੋਰ। ਪੰਜਾਬ 'ਚ ਵੀ ਹੋਈ ਜਾਂਦੀਆਂ ਡਕੈਤੀਆਂ, ਕਦੇ ਏਟੀਐਮ ਪੱਟ ਕੇ ਲੈ ਗਏ, ਕਈ ਤਾਂ ਮਾਂ ਦੇ ਪੁੱਤ ਜਿਹੜੇ ਟਰਾਲੀ 'ਚ ਰੱਖ ਕੇ ਲੈ ਜਾਂਦੇ ਆ। ਪਿੱਛੇ ਜੇ ਖਬਰ ਆਈ ਸੀ, ਟਰਾਲੀ 'ਚ ਰੱਖ ਕੇ ਏਟੀਐਮ ਪੱਟ ਕੇ ਲੈ ਗਏ ਤੇ ਖੇਤ ਦੇ ਵਿੱਚ ਜਾ ਕੇ ਖੋਲਦੇ ਸੀਗੇ। ਜੀ ਬਿਲਕੁਲ ਸਹੀ ਗੱਲ ਹੈ। ਤੇ ਇਹ ਜਿਹੜਾ ਇਹ 14-15 ਲੱਖ ਰੁਪਇਆ ਲੁੱਟਿਆ ਨਾ, ਇਹ ਪੁਲਿਸ ਵਾਲਿਆਂ ਨੇ 8 ਦੇ ਨੇੜੇ ਤੇੜੇ ਬੰਦੇ ਜਿਹੜੇ ਉਹ ਫੜ ਲਏ ਨੇ। ਇੱਕ ਬੰਦਾ ਉਹਨਾਂ ਪੈਸਿਆਂ ਦਾ ਮੋਟਰਸਾਈਕਲ ਲਈ ਜਾਂਦਾ ਸੀ, ਇੱਕ ਬੰਦਾ ਬਾਜ਼ਾਰ ਦੇ ਵਿੱਚ ਵੜਿਆ ਹੋਇਆ ਸੀ ਸ਼ਾਪਿੰਗ ਕਰਨ ਦੇ ਲਈ, ਇੱਕ ਬੰਦਾ ਹੋਰ ਆਪਣੀ ਕੋਈ ਲੋੜ ਦਾ ਸਮਾਨ ਲੈ ਰਿਹਾ ਸੀ। ਇੱਕ ਬੰਦਾ ਜਦੋਂ ਫੜਿਆ ਤਾਂ ਉਹਨੂੰ ਪੁੱਛਿਆ ਵੀ ਭਾਈ ਤੂੰ ਕਿਉਂ ਲੁੱਟਿਆ ਬੈਂਕ ਨੂੰ, ਤੇ ਉਹਨੇ ਜਵਾਬ ਦਿੱਤਾ ਕਹਿੰਦਾ ਭਰਾ ਨੂੰ ਪੰਚਾਇਤੀ ਚੋਣਾਂ ਲੜਾਉਣੀਆਂ ਸੀ। ਵਾਹਿਗੁਰੂ, ਜੇ ਕਿਤੇ ਇਹਦੇ ਭਰਾ ਨੇ ਲੋਕ ਸਭਾ ਦੀ ਚੋਣ ਲੜਨੀ ਹੋਵੇ ਤਾਂ ਰਿਜ਼ਰਵ ਬੈਂਕ ਨੂੰ ਹੱਥ ਪਾਉਣਾ ਸੀ। ਸਹੀ ਗੱਲ ਹੈ। ਤੁਸੀਂ ਵੇਖੋ ਵੀ ਵੋਟਾਂ 'ਚ ਖੜਨ ਦੇ ਲਈ ਵੀ, ਚੋਣਾਂ ਲੜਨ ਦੇ ਲਈ ਵੀ ਬੈਂਕਾਂ 'ਚ ਡਾਕੇ ਮਾਰੇ ਜਾਂਦੇ ਨੇ ਭਾਰਤ 'ਚ। ਹੈਗੇ ਸਧਾਰਨ ਬੰਦੇ, ਸਮਝਦੇ ਖੁਦ ਨੂੰ ਵਿਜੇ ਮਾਲਿਆ, ਮੇਹੁਲ ਚੌਕਸੀ। ਹਾਂ, ਉਹ ਕਹਿੰਦੇ ਨੇ ਵੀ 2 ਸੀਗੀਆਂ ਇਹੋ ਜਿਹੀਆਂ ਬੀਬੀਆਂ ਜਿਹੜੀਆਂ ਕਿ ਮੰਗਣ ਦਾ ਕੰਮ ਕਰਦੀਆਂ ਸੀ, ਜਿਨ੍ਹਾਂ ਨੂੰ ਅਸੀਂ ਮੰਗਤੀਆਂ ਕਹਿ ਦਿੰਦੇ ਆ। ਚਲੋ ਆਪਾਂ ਇਹ ਸ਼ਬਦ ਨਹੀਂ ਵਰਤਦੇ, ਪਰ ਉਹ ਮੰਗ ਕੇ ਤੇ ਆਪਦਾ ਗੁਜ਼ਾਰਾ ਕਰਦੀਆਂ ਸੀ। ਇੱਕ ਜਾਣੀ ਦੂਜੀ ਨੂੰ ਕਹਿੰਦੀ ਇਹ ਤੂੰ कैसा लड़का ढूंढती है, तेरा मन नहीं करता कि मैं शादी रचाऊं? वो कहती मैं ढूंढती हूँ। वो कहती किहो जा? कहती भी लड़का ना खूब झूठ बोलता हो, लड़का ना आलीशान बंगले में रहता हो, लड़का ना 4-5 गाड़ियां रखता हो, लड़के की बहुत बड़ी ट्रांसपोर्ट हो, लड़का तो ऐसे हो लड़के के गनमैन बड़े हो। कहती मांग कर खाती है, सपने लीडरों के लेती है। जज दा विचार। ਹਰਮਨ ਜੀ, ਜਗਰਾਉਂ ਤੋਂ ਖਬਰ ਆਈ ਹੈ। ਇਹੋ ਜਿਹੀਆਂ ਖਬਰਾਂ ਪਹਿਲਾਂ ਵੀ ਬੜੀ ਵਾਰ ਆਈਆਂ ਤੇ ਇਹ ਖਬਰਾਂ ਪੜ੍ਹ ਕੇ ਇਸ ਗੱਲ ਦਾ ਜ਼ਰੂਰ ਪਤਾ ਲੱਗ ਜਾਂਦਾ
ਬਈ ਅੱਜ ਕੱਲ ਮੁੰਡਿਆਂ ਦੇ ਵਾਂਗੂ ਕੁੜੀਆਂ ਵੀ ਠੱਗੀ ਮਾਰਦੀਆਂ ਵਿਆਹ ਦੇ ਨਾਂ ਦੇ ਉੱਤੇ। ਜੀ। ਜਦੋਂ ਹੁਣ ਵਿਆਹ ਧੰਦਾ ਬਣ ਗਿਆ ਵੀ ਭਾਈ ਆਈਲੈਟਸ ਤੂੰ ਕੀਤੀ ਆ ਤਾਂ ਖਰਚਾ ਮੈਂ ਕਰੂੰ, ਤੇ ਜੇਕਰ ਇਹਨੇ ਕੀਤੀ ਖਰਚਾ ਉਹ ਕਰੂ, ਤੇ ਜੇਕਰ ਸਾਡੀ ਕੁੜੀ ਨੂੰ ਬਾਹਰ ਲੈ ਕੇ ਜਾਣਾ ਤਾਂ ਐਂ ਹੋਊਗਾ, ਜੇ ਮੁੰਡੇ ਨੂੰ ਬਾਹਰ ਸੱਦਣਾ ਤਾਂ ਫਿਰ ਐਂ ਹੋਊਗਾ। ਇਦਾਂ ਦਾ ਹੁਣ ਧੰਦਾ ਜਿਹਾ ਬਣ ਕੇ ਰਹਿ ਗਿਆ। ਸਾਰੀਆਂ ਥਾਵਾਂ ਤੇ ਤਾਂ ਨਹੀਂ, ਪਰ ਬਹੁਤੀਆਂ ਥਾਵਾਂ ਤੋਂ ਇਹੋ ਜਿਹੀਆਂ ਖਬਰਾਂ ਆਉਂਦੀਆਂ ਅਖਬਾਰਾਂ ਦੇ ਵਿੱਚ, ਹਰ ਰੋਜ਼ ਸਫੇ ਤੇ ਹੁੰਦਾ। ਜੀ। ਹੁਣ ਖਬਰ ਆਈ ਹੈ ਜਗਰਾਉਂ ਤੋਂ। ਇੱਥੇ ਪਤਾ ਲੱਗਾ ਜੀ ਕਿ ਇੱਕ ਮੁੰਡੇ ਤੋਂ 45 ਲੱਖ ਰੁਪਈਆ ਲਿਆ ਆਈਲੈਟਸ ਕਰਾਉਣ ਤੋਂ ਲੈ ਕੇ ਟਿਕਾਣੇ ਦੇ ਉੱਤੇ ਕੈਨੇਡਾ ਦੇ ਵਿੱਚ ਘਰ ਵਾਲੀ ਪਹੁੰਚਾਉਣ ਤੱਕ। ਉਹ ਆਂਦਾ ਮੇਰਾ 45 ਲੱਖ ਰੁਪਈਆ ਲੱਗਾ, ਸ਼ਾਇਦ 45 ਲੱਗਾ ਜਾਂ ਘੱਟ ਵੀ ਲੱਗਿਆ ਹੋਵੇ। ਜੀ। ਤੇ ਘਰ ਵਾਲੀ ਜਿਹੜੀ ਜਾ ਕੇ ਉੱਥੇ ਬਿਟਰ ਗਈ, ਉਹਦੇ ਕਹਿਣ ਮੁਤਾਬਕ ਕਹਿੰਦਾ ਜੀ, ਉਹ ਕਹਿੰਦੀ ਵੀ ਮੈਂ ਤੇਰੇ ਨਾਲ ਕੋਈ ਸੰਬੰਧ ਨਹੀਂ ਰੱਖਣਾਗਾ, ਤੇ ਮੇਰਾ ਫੋਨ ਵੀ ਨਹੀਂ ਚੱਕਦੀ, ਤੇ ਮੇਰੇ ਨਾਲ ਕੋਈ ਗੱਲ ਵੀ ਨਹੀਂ ਕਰਦੀ, ਤੇ ਸਾਡੇ ਟੱਬਰ ਦੇ ਨਾਲ ਕੋਈ ਰਾਬਤਾ ਵੀ ਨਹੀਂ ਉਹਦਾ। ਉਹਨੇ ਆਪਦੇ ਭਰਾ ਨੂੰ ਤੇ ਉਹਨੇ ਆਪਦੀ ਮਾਂ ਨੂੰ ਸੱਦ ਲਿਆ, ਪਰ ਮੈਨੂੰ ਨਹੀਂ ਸੱਦਿਆ। ਇਸ ਕਰਕੇ ਜਗਰਾਉਂ ਦੀ ਪੁਲਿਸ ਨੇ ਪਰਚਾ ਦਰਜ ਕੀਤਾ ਮਾਂ ਦੇ ਉੱਤੇ ਤੇ ਸਾਲੇ ਦੇ ਉੱਤੇ ਤੇ ਘਰ ਵਾਲੀ ਦੇ ਉੱਤੇ। ਤੇ ਇਹ ਕੁੜੀ ਹੈਗੀ ਮਹਾਰਾਸ਼ਟਰ ਵੱਲ ਦੀ, ਤੇ ਵਿਚੋਲੇ ਨੇ ਪੈ ਕੇ ਵਿੱਚ ਅੰਗਲੀ ਸੰਗਲੀ ਪਵਾਈ ਸੀਗੀ, ਤੇ ਹੁਣ ਪੰਗਾ ਪੈ ਗਿਆ। ਹਾਂ, ਦੇਖੋ ਗੱਲ ਇਹ ਟਾਣਾ ਸਾਹਿਬ, ਆਪਾਂ ਤਾਂ ਅੱਗੇ ਵੀ ਇਹੀ ਗੱਲ ਕਹਿੰਦੇ ਹੁੰਨੇ ਆ ਕਿ ਥੋੜਾ ਜਿਹਾ ਦੇਖ ਪਰਖ ਕੇ ਰਿਸ਼ਤੇ ਜੋੜਨੇ ਚਾਹੀਦੇ ਨੇ, ਔਰ ਜਦੋਂ ਸੌਦੇਬਾਜ਼ੀ ਵਿੱਚ ਆ ਗਈ ਨਾ, ਫਿਰ ਰਿਸ਼ਤੇ ਜਿਹੜੇ ਆ ਉਹ ਕਿੰਨੇ ਕੁ ਨਿਭਣਗੇ ਇਹਦੇ ਬਾਰੇ 'ਚ ਤੁਸੀਂ ਕੁਝ ਕਹਿ ਨਹੀਂ ਸਕਦੇ। ਔਰ ਇਹ ਕੋਈ ਪਹਿਲੀ ਠੱਗੀ ਨਹੀਂ ਹੋਈ, ਇਸ ਤੋਂ ਪਹਿਲਾਂ ਵੀ ਆਪਾਂ ਇੱਕ ਦਿਨ ਖਬਰ ਸਾਂਝੀ ਕੀਤੀ ਸੀ ਜਿਹੜੀ ਕਿ ਜਲੰਧਰ ਦੇ ਨੇੜਿਓਂ ਹੀ ਸੀ ਕਿ 35 ਲੱਖ ਰੁਪਈਆ ਲੈ ਕੇ ਤੇ ਕੁੜੀ ਜਿਹੜੀ ਆ ਉਹ ਫਿਰ ਵਿਟਰ ਗਈ ਸੀ ਤੇ ਉਹਨੇ ਮੁੰਡੇ ਨੂੰ ਸੱਦਿਆ ਨਹੀਂ। ਹੋਰ ਵੀ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਇਹੋ ਜਿਹੀਆਂ ਸਾਹਮਣੇ ਆ ਰਹੀਆਂ ਨੇ। ਸੋ ਇਹੋ ਜਿਹੇ ਮਾਹੌਲ ਦੇ ਵਿੱਚ ਤਾਂ ਵੈਸੇ ਹੀ ਸੋਚ ਸਮਝ ਕੇ ਕਦਮ ਚੁੱਕਣਾ ਚਾਹੀਦਾ। ਜਲੰਧਰ ਦਾ ਇੱਕ ਬਹੁਤ ਮਸ਼ਹੂਰ ਹੈਗਾ ਟਰੈਵਲ ਏਜੰਟ, ਉਹਨੇ 13 ਲੱਖ ਰੁਪਏ ਦੀ ਠੱਗੀ ਮਾਰੀ ਹੈ ਮੁੰਡੇ ਨਾਲ। ਉਹ ਕਹਿੰਦਾ ਜੀ ਮੈਂ ਤੇਰਾ ਵਿਆਹ ਬਾਹਰਲੀ ਕੁੜੀ ਨਾਲ ਕਰਵਾ ਦੂੰਗਾ, ਮੇਰੇ ਹੱਥ ਦੇ ਵਿੱਚ 3-4 ਕੁੜੀਆਂ ਦੇ ਟੱਬਰ ਹੈਗੇ ਆ, ਤੇਰਾ ਬਾਹਰਲੀ ਕੁੜੀ ਨਾਲ ਕਰਵਾ ਦੂੰ। 1.5 ਸਾਲ ਨਿਕਲ ਗਿਆ, ਹੁਣ ਉਹਨਾਂ ਨੇ ਕੇਸ ਦਰਜ ਕਰਵਾਇਆ। ਓਹੋ, ਇਦਾਂ ਦਾ ਕੁਝ ਚੱਲ ਰਿਹਾ। ਪਰ ਗੱਲ ਇਹ ਹੈ ਨਾ ਟਾਣਾ ਸਾਹਿਬ, ਦੇਖੋ ਇਹਦੇ ਦੋ ਪੱਖ ਨੇ। ਇੱਕ ਪੱਖ ਤਾਂ ਇਹ ਹੈ ਕਿ ਚਲੋ ਠੱਗੀ ਦਾ ਇੱਕ ਨਵਾਂ ਇਹਨਾਂ ਨੇ ਕਾਰੋਬਾਰ ਸ਼ੁਰੂ ਕਰ ਲਿਆ, ਨਵਾਂ ਤਰੀਕਾ ਅਪਣਾ ਲਿਆ ਜਿਹਦੇ ਰਾਹੀਂ ਠੱਗੀ ਵੱਜ ਰਹੀ ਹੈ। ਦੂਸਰੀ ਗੱਲ ਇਹ ਹੈ ਵੀ ਅੱਜ ਹਰ ਬੰਦਾ ਇੱਥੋਂ ਬਾਹਰ ਜਾਣਾ ਚਾਹੁੰਦਾ ਹੈ। ਕਿਉਂ? ਕਿਉਂਕਿ ਇੱਥੇ ਰੋਜ਼ਗਾਰ ਹੈ ਨਹੀਂ, ਇੱਥੇ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਮੋਰੇ ਖੜੀਆਂ ਨੇ। ਬੰਦਾ ਕਹਿੰਦਾ ਚਾਹੇ 45, 50, 55 ਜਿੰਨਾ ਮਰਜ਼ੀ ਲੱਗ ਜਾਵੇ, ਆਪਣੀ ਮਿੱਟੀ ਨੂੰ ਛੱਡ ਕੇ ਰਾਜ਼ੀ ਕੌਣ ਆ? ਤੁਹਾਡਾ ਚਿੱਤ ਕਰਦਾ ਵੀ ਆਪਦਾ ਪਿੰਡ ਛੱਡ ਦਈਏ? ਬੰਦੇ ਨੂੰ ਨਾ 4 ਪੈਸੇ ਘੱਟ ਵੀ ਮਿਲਦੇ ਹੋਣ, ਬੰਦਾ ਤਾਂ ਵੀ ਨਹੀਂ ਛੱਡਦਾ। ਪਰ ਜੇਕਰ ਸਰਕਾਰਾਂ ਨੇ ਹਾਲਾਤ ਇਹੋ ਜਿਹੇ ਪੈਦਾ ਕਰਤੇ ਆ ਤਾਂ ਬੰਦੇ ਤਾਂ ਇਸ ਜ਼ਮੀਨ ਨੂੰ ਛੱਡ ਕੇ ਜਾ ਰਹੇ ਆ। ਸੋਚ ਦੇ ਵਿੱਚੋਂ, ਸਿਰ ਦੇ ਵਿੱਚੋਂ ਨਹੀਂ ਛੱਡਿਆ, ਪਰ ਸਰੀਰਕ ਤੌਰ ਦੇ ਉੱਤੇ ਤਾਂ ਦੂਰ ਜਾ ਰਹੇ ਆ ਵੀ ਮੈਂ ਆਪਣੇ ਘਰ ਦੀ ਗਰੀਬੀ ਕੱਢਾਂ, ਮੈਂ ਆਪਣੇ ਮਾਪਿਆਂ ਦਾ ਬੁਢਾਪਾ ਜਿਹੜਾ ਉਹ ਸੌਖਾ ਕਰ ਦਿਆਂ, ਮੈਂ ਆਪਦੀ ਭੈਣ ਦਾ ਵਿਆਹ ਕਰਨ ਦੇ ਕਾਬਿਲ ਹੋ ਜਾ, ਮੈਂ ਜ਼ਿੰਦਗੀ ਦੀਆਂ ਸਭੇ ਲੋੜਾਂ ਪੂਰੀਆਂ ਕਰ ਲਵਾਂ। ਤੇ ਜਿਹੜੇ ਲੋਕ ਬਾਹਰਲੇ ਮੁਲਕਾਂ ਦੇ ਵਿੱਚ ਗਏ ਆ, ਜਿਨ੍ਹਾਂ ਨੇ ਮਿਹਨਤ ਕੀਤੀ ਆ ਤੇ ਆਪਣੇ ਟੱਬਰ ਨੂੰ ਤੇ ਆਪਣੇ ਪਿੰਡ ਨੂੰ ਸੰਵਾਰਿਆ, ਉਹਨਾਂ ਸਾਰਿਆਂ ਨੂੰ ਸਲਾਮ ਵੀ ਕਰਨੀ ਬਣਦੀ ਆ। ਪੰਜਾਬੀਆਂ ਨੇ ਜਿੰਨੀ ਜਾ ਕੇ ਉੱਥੇ ਮਿਹਨਤ ਕੀਤੀ ਆ, ਜੇ ਸਰਕਾਰਾਂ ਚੰਗੀਆਂ ਹੁੰਦੀਆਂ ਇੱਥੇ ਇੰਨੀ ਮਿਹਨਤ ਕੀਤੀ ਜਾਂਦੀ ਤਾਂ ਹੋਰ ਦਾ ਹੋਰ ਕੁਝ ਬਣ ਜਾਣਾ ਸੀਗਾ। ਮੈਂ ਨਾ ਕਦੇ ਕਦੇ ਇਹ ਵੀ ਸੋਚਦਾ ਵੀ ਦੇਖੋ ਅਸੀਂ ਗੋਰੇ ਭਜਾਏ ਮਿਹਨਤ ਕਰ ਕਰਕੇ, ਦਿਨ ਰਾਤ ਇੱਕ ਕੀਤਾ। ਸਾਡੇ ਸ਼ਹੀਦਾਂ ਨੇ ਦੇਖੋ ਫਾਂਸੀ ਦੇ ਰਸੇ ਚੁੰਮੇ ਆ, ਫਿਰ ਉਹ ਗੋਰੇ ਗਏ ਆ। ਪਰ ਹੁਣ ਸਾਨੂੰ ਪਤਾ ਵੀ ਸਾਡੀ ਆਪਣੀ ਚਮੜੀ ਵਾਲਿਆਂ ਨੇ ਕਿਤੇ ਨਹੀਂ ਜਾਣਾ। ਇਹ ਜੰਮੇ ਵੀ ਇੱਥੇ ਆ, ਜਾਣੇ ਵੀ ਜਹਾਨੋਂ ਇੱਥੇ ਆ, ਪਰ ਅਸੀਂ ਆਪ ਹੀ ਚਲੇ ਜਾਗੇ ਯਾਰ। ਉਹਨਾਂ ਗੋਰਿਆਂ ਦੇ ਦੇਸ਼ਾਂ 'ਚ ਵੜ ਜਗੇ 25-25, 30-30 ਲੱਖ ਰੁਪਇਆ ਲਾ ਕੇ, ਇਹਨਾਂ ਨੇ ਇੱਥੇ ਥੋੜੀ ਜਾਣ ਦੇਣਾ। ਬਿਲਕੁਲ, ਸਾਨੂੰ ਤਾਂ ਸਾਡੀ ਆਪਣੀ ਚਮੜੀ ਵਾਲਿਆਂ ਤੋਂ ਇਸ ਵੇਲੇ ਖਤਰਾ ਹੈ ਸਭ ਤੋਂ ਵੱਡਾ। ਇਸ ਲਈ ਅਸੀਂ ਉਹਨਾਂ ਮੁਲਕਾਂ ਦੇ ਵਿੱਚ ਜਾ ਰਹੇ ਹਾਂ, ਔਰ ਸਦਕੇ ਜਾਈਏ ਉਹਨਾਂ ਮੁਲਕਾਂ ਦੇ ਜਿਹੜੇ ਬਾਹਾਂ ਖਿਲਾਰ ਕੇ ਸਾਨੂੰ ਜੀ ਆਇਆਂ ਨੂੰ ਕਹਿੰਦੇ ਨੇ। ਸਾਡੀ ਕਾਬਲੀਅਤ ਦੇ ਆਧਾਰ ਦੇ ਉੱਪਰ, ਸਾਡੀ ਯੋਗਤਾ ਦੇ ਆਧਾਰ ਦੇ ਉੱਪਰ ਸਾਨੂੰ ਉੱਥੇ ਵੱਖੋ ਵੱਖਰੇ ਮੌਕੇ ਮਿਲਦੇ ਨੇ, ਅਸੀਂ ਉੱਥੇ ਰਹਿਣ ਦੇ ਕਾਬਿਲ ਬਣਦੇ ਆ। ਉਹ ਮੁਲਕ ਸਾਨੂੰ ਸਹੂਲਤਾਂ ਦਿੰਦੇ ਨੇ ਤੇ ਸਾਡੇ ਮੁਲਕ ਦੇ ਵਿੱਚ ਸਾਨੂੰ ਕੁਝ ਵੀ ਨਹੀਂ ਮਿਲਦਾ। ਜਦੋਂ ਸਾਡੇ ਨੇਤਾ ਸ਼ਹੀਦਾਂ ਦੇ ਬੁੱਤ ਦੇ ਕੋਲੇ ਖੜ ਕੇ ਗੱਲ ਕਹਿੰਦੇ ਆ ਵੀ ਇਹਨਾਂ ਦੇ ਸੁਪਨਿਆਂ ਦਾ ਸਮਾਜ ਸਿਰਜ ਰਹੇ ਆ, ਤੇ ਮੇਰਾ ਜੀ ਕਰਦਾ ਵੀ ਕੀ ਕਵਾਂ ਤੇ ਕੀ ਨਾ ਕਵਾਂ। ਜੇ ਕਿਤੇ ਬੁੱਤ ਬੋਲਦਾ ਹੋਵੇ ਨਾ, ਲਾਹਣਤਾ ਪਾਵੇ ਇਹਨਾਂ ਨੂੰ ਵੀ ਭਾਈ ਤੁਸੀਂ ਮੇਰੇ ਹਾਜ਼ਰੀ ਦੇ ਵਿੱਚ ਹੀ ਕੁਫਰ ਤੋਲੀ ਜਾਂਦੇ। ਔਰ ਅਸੀਂ ਤਾਂ ਉਹਨਾਂ ਸ਼ਹੀਦਾਂ ਤੋਂ ਇੰਨਾ ਵੀ ਨਹੀਂ ਡਰਦੇ ਕਿ ਉਹਨਾਂ ਦੀ ਹਾਜ਼ਰੀ ਦੇ ਵਿੱਚ ਝੂਠ ਬੋਲਦੇ, ਕੁਫਰ ਤੋਲਦੇ ਆ। ਸਾਨੂੰ ਸ਼ਰਮ ਹੀ ਨਹੀਂ ਆਉਂਦੀ ਕਿ ਅਸੀਂ ਕਿਉਂ ਮਤਲਬ ਇੰਨਾ ਵੱਡਾ ਝੂਠ ਬੋਲਦੇ ਆ। ਜੇਕਰ ਅਸੀਂ ਕੁਝ ਨਹੀਂ ਕਰ ਪਾਏ ਤਾਂ ਫਿਰ ਝੂਠੇ ਹੋ ਕੇ ਤੇ ਆ ਗੱਲਾਂ ਕਰ ਕਰਕੇ ਕਿਹਨੂੰ ਦਿਖਾਉਂਦੇ ਆ? ਵੈਸੇ ਲੀਡਰ ਇਹ ਵੀ ਜਾਣਦੇ ਹੁੰਦੇ ਵੀ ਇੱਕ ਪਾਸੇ ਤਾਂ ਸ਼ਹੀਦ ਦਾ ਬੁੱਤ ਆ, ਇਹ ਤਾਂ ਬੁੱਤ ਆ, ਇਸ ਕਰਕੇ ਨਹੀਂ ਬੋਲਣਾ। ਆ ਵੀ ਬੁੱਤ ਵਰਗੇ ਹੀ ਜਿਹੜੇ ਮੂਹਰੇ ਹਜ਼ਾਰਾਂ ਦੀ ਗਿਣਤੀ 'ਚ ਬੈਠੇ ਆ, ਇਹਨਾਂ ਨੂੰ ਜੋ ਮਰਜ਼ੀ ਕਹਿ ਦਈਏ ਮੰਨੀ ਜਾਂਦੇ ਹੁੰਦੇ। ਬਿਲਕੁਲ ਸਹੀ ਗੱਲ ਹੈ। ਸੋ ਖੈਰ ਸਿਆਣਪ ਤੋਂ ਕੰਮ ਲੈਣਾ ਚਾਹੀਦਾ ਹਰ ਇੱਕ ਨੂੰ। ਬਾਕੀ ਫਿਲਹਾਲ ਹੁਣ ਆਪਾਂ ਚੱਲੀਏ, ਜਾਣਦਾ ਹੋ ਗਿਆ ਵੇਲਾ ਜੀ। ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤਾਈਂ ਪਹੁੰਚਾਇਓ। ਫਿਲਹਾਲ ਦੇ ਲਈ ਦੋਵਾਂ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ।